ਧੰਨ ਵਾਹਿਗੁਰੂ ਸਾਹਿਬ ਜੀ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਉ ਦੇਹੁ ਨਾਨਕ ਦਰ ਸਰਿਤਾ। ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰ ਸਰਿਤਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ, ਬਿਰਲਾ ਬੁਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁਦਾ, ਜਲ ਤੇ ਭਿੰਨ ਨ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨ ਹੋਈ। ਮਿਥਿਆ ਪਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਦਿਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
परम सन्मानयोग सतगुरां दी पावन पवित्र पाक हजूरी दे विच सुभाईमान होए बैठे सतसंगी जनों, गुरु ने तरस कीता संध्या वेले गुरु गोद गुर चरनां दे विच जुड़ बैठन दा सुभाग समा प्राप्त होया है। गुरु साहब जी की अपार किरपा सदका हुण तक आसा राग दे विच भगतां दी बाणी विचों आपां ने रल मिल के भगत कबीर साहब जी दे 37 शब्दां दी विचार सरवण कीती है। अज तो भगत नामदेव जी की रचना आरंभ हो रही है, जिसकी आपां रल मिल के विचार करांगे। पावन शब्द पावन अंक 485 के उत्ते एक अनेक व्यापक पूरक जत देखो तत सोई माया चित्र बचित्र विमोहित बिरला बूझै कोई। सब गोबिंद है, सब गोबिंद है, गोबिंद बिन नहीं कोई। सूत एक मन सत सहंस जैसे ओत पोत प्रभ सोई रहाओ। ये पावन शब्द है, इसका मूल पाठ हुणे आप जियां ने सरवण कीता है। इस शब्द के राही भगत नामदेव जी सानू संसार दे इन्हां पदार्थां नूं नासवंत कह के समझा रहे हैं कि ये सਦੀव साथी नहीं हैं। सਦੀव साथी तां वो अकाल पुरख वाहिगुरू है, पर इस माया दे कोतकां दे विच वख-वख माया दे रंगां विच रंग के असी जदों मोहे जाते हाँ तो इस माया नूं ही सत समझ लैंदे हाँ, ते जो सदैव प्रकाशमान स्वरूप है उसदे नालों टुट जाते हाँ। सो आओ जो पावन विचारां भगत जी ने साडे समक्ष रखियां, सारिਆਂ ਨੂੰ बेनती है मनोवृत्तियां एकाग्र करो, असीस बख्शो, प्रेम नाल गुरमंत्र दी सांध करो। आखो जी सतनाम श्री वाहे गुरु। फिर करो कृपा सतनाम श्री वाहे गुरु। आदि काल तो मनुख ने संसार दे विच आके जो ज्ञान प्राप्त किया है, जो मनुख नूं ज्ञान हासिल होया है, इस अनेकता दे नाल जुड़ के मनुख ने रब नूं भी अनेक रूप दे विच समझ लिया है। क्योंकि इस संसार दे विच असी अनेकता वेखदे हाँ, संसार दे वख-वख रंगां नूं देखदे हाँ, तां ये भुलेखा पै जाना भी रब भी वख-वख है जां कई रब ने। हर एक मनुख दा रब वखो वखरा है, इस तरह की विचार बन जानी ये सहज सुभाव है। और मनुख ने इस तरह 33 करोड़ देवी देवते थाप लए। हर एक प्रांत इलाके के लोगों ने अपना कोई खास देवता मन्निया होया है। और तुसी वेखो हैरानी की गल, मनुख ने रब अपने वर्गा ही बनाया। तुसी कालियां कोल जाओ तो उन्हां दा रब भी काला ही होएगा। तुसी चीनियां कोल जाओ तो उस रब की नक भी चपटी होएगी। तुसी जापानियां दे कोल जाओ तो उन्हां दा देवता भी जापानियां वर्गा ही होएगा। साने आपो अपने जिहड़े देवते ने अपनी काढ़त विचों कढ़ लए हैं, जिद्दां दे असीं हाँ
ਉੱਦਾਂ ਦਾ ਅਸੀਂ ਕੋਈ ਦੇਵਤਾ ਮੰਨ ਕੇ ਅਸੀਂ ਉਹਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਉਸ ਦੇ ਨਾਲ ਕੀ ਹੋਇਆ ਕਿ ਮਨੁੱਖਤਾ ਦੇ ਅੰਦਰ ਆਪਸੀ ਵਿਤਕਰਾ ਪੈਦਾ ਹੋਇਆ, ਕਿਉਂਕਿ ਜਦੋਂ ਪੂਜਾ ਵੱਖ ਵੱਖ ਦੀ ਹੋਵੇਗੀ ਤਾਂ ਇੱਕ ਗੱਲ ਯਾਦ ਰੱਖਣਾ, ਉਸ ਦੇ ਨਾਲ ਵੈਰ ਵਿਰੋਧ ਪੈਦਾ ਹੁੰਦਾ ਹੈ। ਜਿਤਨੇ ਦੇਵਤੇ ਵੱਧ ਬਣਨਗੇ, ਜਿਤਨੇ ਵੱਖ ਵੱਖ ਪ੍ਰਾਂਤੀਆਂ ਸਮਾਜ ਵਿੱਚ ਪੈਦਾ ਹੋਣਗੀਆਂ ਅਤੇ ਸਮਾਜ ਦੇ ਵਿੱਚ ਲੜਾਈ ਝਗੜੇ ਕਲੇਸ਼ ਮੇਰ ਤੇਰ ਦਾ ਜਨਮ ਹੋਣਾ ਸਹਿਜ ਸੁਭਾਅ ਹੈ। ਔਰ ਇਸ ਗੱਲ ਦਾ ਬਹੁਤਾ ਫਾਇਦਾ ਉਹਨਾਂ ਲੋਕਾਂ ਨੇ ਉਠਾਇਆ ਜਿਹੜੇ ਰਾਜਨੀਤਿਕ ਸਨ, ਜਿਨ੍ਹਾਂ ਦਾ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਮਨੁੱਖਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਮਨੁੱਖਾਂ ਦਾ ਅਸਲ ਦੇ ਵਿੱਚ ਸੱਭਿਅਤਾ ਨਾਲ ਕੋਈ ਸੰਬੰਧ ਨਹੀਂ। ਉਹਨਾਂ ਨੇ ਹਰ ਥਾਂ 'ਤੇ ਆਪਣੀ ਰਾਜਨੀਤੀ ਕਰਕੇ ਮਨੁੱਖ ਨੂੰ ਦੁਫਾੜ ਕਰਨ ਦਾ ਯਤਨ ਕੀਤਾ ਹੈ। ਭਗਤ ਜੀ ਨੇ ਉਸ ਵੇਲੇ ਇਸ ਤਰ੍ਹਾਂ ਦੀ ਕ੍ਰਾਂਤੀਕਾਰੀ ਜਿਹੜੀ ਵਿਚਾਰ ਹੈ ਉਹ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਕੀਤੀ। ਆਖਣ ਲੱਗੇ ਇੱਕ ਗੱਲ ਤਾਂ ਇਹ ਹੈ ਕਿ ਜਿਹੜਾ ਗੋਬਿੰਦ ਹੈ ਉਹ ਇੱਕ ਹੈ, ਉਹ ਅਨੇਕਤਾ ਦੇ ਵਿੱਚ ਵਿਆਪਕ ਹੈ, ਪਰ ਉਹ ਜਿਹੜਾ ਰੱਬ ਹੈ, ਜਿਹੜਾ ਪਰਮੇਸ਼ਰ ਹੈ, ਸਾਰੀ ਮਾਨਵਤਾ ਦਾ, ਸਾਰੇ ਧਰਮਾਂ ਦਾ ਉਹ ਇੱਕ ਹੀ ਹੈ, ਕਈ ਨਹੀਂ ਹਨ। ਹਾਂ, ਉਸ ਰੱਬ ਨੂੰ ਕਈ ਨਾਮਾਂ ਦੇ ਨਾਲ ਯਾਦ ਕੀਤਾ ਜਾ ਸਕਦਾ ਹੈ, ਆਪਣੀ ਬੋਲੀਆਂ ਵੱਲੋਂ ਦਿੱਤੇ ਹੋਏ ਨਾਮਾਂ ਨਾਲ ਉਹਨੂੰ ਚੇਤੇ ਕੀਤਾ ਜਾ ਸਕਦਾ ਹੈ, ਆਪਣੀ ਭਾਸ਼ਾ ਦੇ ਬਣੇ ਹੋਏ ਸ਼ਬਦਾਂ ਨਾਲ ਉਸ ਰੱਬ ਨੂੰ ਪੁਕਾਰਿਆ ਜਾ ਸਕਦਾ ਹੈ, ਪਰ ਸਾਰਿਆਂ ਦਾ ਜਿਹੜਾ ਰੱਬ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਔਰ ਭਗਤ ਨਾਮਦੇਵ ਜੀ ਨੇ ਜਿਹੜੀ ਕਮਾਲ ਦੀ ਗੱਲ ਕੀਤੀ, ਕਹਿਣ ਲੱਗੇ ਜਿਹੜਾ ਗੋਬਿੰਦ ਹੈ ਕੋਈ ਇੱਕ ਥਾਂ 'ਤੇ ਬੰਨਿਆ ਹੋਇਆ ਨਹੀਂ ਹੈ। ਕੋਈ ਆਖੇ ਵੀ ਰੱਬ ਗੁਰਦੁਆਰੇ 'ਚ ਰਹਿੰਦਾ, ਕੋਈ ਆਖੇ ਰੱਬ ਮੰਦਰ ਵਿੱਚ ਰਹਿੰਦਾ, ਕੋਈ ਕਵੇ ਮਸੀਤ ਵਿੱਚ ਹੈ, ਕੋਈ ਕਹਿੰਦਾ ਵੀ ਇਹ ਤਾਂ ਚਰਚ ਵਿੱਚ ਹੀ ਰਹਿੰਦਾ ਹੈ। ਅਤੇ ਭਗਤ ਜੀ ਕਹਿੰਦੇ ਉਹ ਰੱਬ ਹਰ ਥਾਂ 'ਤੇ ਵਿਆਪਕ ਹੈ। ਆਓ ਕਿ ਰੱਬ ਨੂੰ ਖਾਸ ਥਾਂ 'ਤੇ ਟਿਕਾਇਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਭ੍ਰਾਂਤੀ ਜਿਹੜੀ ਸੀ ਇਸ ਨੂੰ ਵੀ ਦੂਰ ਕਰ ਦਿੱਤਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਅਤੇ ਉਹ ਆਪਣੇ ਆਪ ਦੇ ਵਿੱਚ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਅਕਾਲ ਪੁਰਖ ਵਾਹਿਗੁਰੂ। ਔਰ ਇਹ ਗੱਲ ਵੀ ਭਗਤ ਜੀ ਨੇ ਸਪਸ਼ਟ ਕਰ ਦਿੱਤੀ ਕਿ ਉਸ ਨੂੰ ਇੱਕ ਥਾਂ 'ਤੇ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ, ਉਹ ਹਰ ਥਾਂ 'ਤੇ ਮੌਜੂਦ ਹੈ। ਜਿਵੇਂ ਕਿ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ, ਅੱਲਾ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ। ਤੁਸੀਂ ਕਹਿੰਦੇ ਹੋ ਕਿ ਅੱਲਾ ਕੇਵਲ ਮਸਜਿਦ ਵਿੱਚ ਰਹਿੰਦਾ ਹੈ, ਮਸੀਤ ਵਿੱਚ ਰਹਿੰਦਾ ਹੈ, ਅਤੇ ਬਾਕੀ ਮੁਲਕ ਵਿੱਚ ਕੌਣ ਹੈ। ਅਵਰ ਮੁਲਕ ਦਾ ਅਰਥ ਹੈ ਇਹ ਮੁਲਕ ਹੋਰ ਕਿਸ ਦਾ ਹੈ ਉਸ ਤੋਂ ਬਿਨਾਂ। ਇਸ ਮੁਲਕ ਦਾ, ਸਾਰੇ ਸੰਸਾਰ ਦਾ ਆਸਰਾ ਕੌਣ ਹੈ, ਉਹ ਤਾਂ ਮਸਜਿਦ 'ਚ ਬੈਠਾ ਹੋਇਆ ਤੁਹਾਡਾ ਰੱਬ ਦੇ। ਅੱਲਾ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤਤ ਨਾ ਹੇਰਾ। ਬੜੇ ਸਪਸ਼ਟ ਲਫ਼ਜ਼ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਸਪਸ਼ਟ ਕੀਤੇ ਕਿ ਦੋਨਾਂ ਵਿੱਚ ਤਤ ਦੀ ਗੱਲ ਨਹੀਂ ਹੈ, ਕਿਉਂਕਿ ਬੰਦੇ ਨੇ ਯਤਨ ਕੀਤਾ ਹੈ ਇੱਕ ਤਾਂ ਉਹ ਰੱਬ ਆਪਣੇ ਵਰਗਾ ਬਣਾਵੇ, ਫਿਰ ਰੱਬ ਉਸਦੇ ਕੰਟਰੋਲ ਵਿੱਚ ਹੋਵੇ। ਪਰ ਜਿਹੜੇ ਰੱਬ ਦੀ ਗੱਲ ਗੁਰਬਾਣੀ ਨੇ, ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਕੀਤੀ ਹੈ, ਉਹ ਰੱਬ ਸਰਵ ਵਿਆਪਕ ਦੀ ਗੱਲ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਲ ਮਾਟੀ ਕੁੰਚਰ ਚੀਟੀ, ਭਾਜਨ ਹੈ ਉਹ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਹੈ। ਏਕਲ ਚਿੰਤਾ ਰਾਖ ਅਨੰਤਾ, ਹੋਰ ਤਜੋ ਸਭ ਆਸਾ ਰੇ। ਪਰਮੈ ਨਾਮਾ ਪਹਿਨੇ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਇਸ ਕਰਕੇ ਇੱਥੇ ਭਗਤ ਨਾਮਦੇਵ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਆਪਾਂ ਕਿਉਂਕਿ ਸ਼ੁਰੂਆਤ ਕਰ ਰਹੇ ਹਾਂ ਭਗਤ ਨਾਮਦੇਵ ਜੀ ਦੀ ਬਾਣੀ ਦੀ, ਅਤੇ ਕਹਿਣ ਲੱਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਭ ਦਾ ਅਰਥ ਹੈ ਹਰ ਥਾਂ, ਸਾਰੀਆਂ ਥਾਵਾਂ 'ਤੇ।
गोबिंद का अर्थ है परमात्मा, प्रभु अकाल पुरख वाहिगुरु। कहन लगे हर थान ते परमात्मा है। फिर कहते सब गोबिंद है, हर थान ते सब थावां ते परमात्मा है। फिर कहन लगे गोबिंद बिंद नहीं कोई, परमात्मा तो सगनी कोई थान नहीं संसार दे अंदर जिथे रब नहीं है। हर थान ते रब बैठा होया, रब व्यापक है। हाँ रब नहीं तो साड़ी याद विच नहीं हो सकता, साड़ी सोचने विच नहीं हो सकता, साड़ी विचार विच नहीं हो सकता, पर रब तो खाली कोई थान नहीं। हर थान ते रब व्यापक है, रब तो सखनी कोई थान नहीं। गोबिंद तो बिना भगत नामदेव जी कहते ने गोबिंद बिन नहीं कोई, परमात्मा तो सकनी कोई थां नहीं। हुण एक बड़ी प्यारी उदाहरण दी कि रब सर्व व्यापक किवें है, रब सारियां च किवें वसिया होया है। क्योंकि कोई गल समझानी है मनुख नूं तां उहनूं बहुत सारियां उदाहरणां देणियां पैणीआं तां जाके किते मनुख नूं समझ आंदी है। कहण लगे सूत एक मन सत सहंस जैसे। सूत का अर्थ हुंदा धागा, एक का अर्थ है इक्को ही, मन का अर्थ है मणके, सत का अर्थ है सैकड़े, ते सहंस का अर्थ है हज़ारां। भगत जी कहण लगे कि इस संसार दे विच, इस कायनात दे विच रब इस तरह सर्व व्यापक है जिवें एक धागा होवे ते उस विच सैकड़े हज़ारां मनके परोते होण। इस तरह रब ऐसी सारी कायनात दे विच परोता होया है। उस अकाल पुरख वाहिगुरू दी ये सारी रचना है। इस तरह सब जीवां विच परमात्मा जीवन सत्ता मिली हुई है। हर एक जीव दे अंदर कोई भी जीव कोई भी सह उस परमात्मा की दिती हुई जीवन सत्ता तो बिना नहीं। एक पत्थर तो लैके रुख पशु पंछी जितने भी मनुखता है हर एक दे विच उसदी प्रभु सत्ता मिली हुई है। ताई गुरु साहब जी ने पत्थर नूं भी एक जन्म गिनिया। कई जन्म सैल गिर करया गया, भी कई जन्म तू पत्थर ही बनया रहा। कई जन्म सैल गिर करया, कई जन्म गर्भ हिर खरिया, कई जन्म तू माता दे गर्भ विच खिरदा रहा, तेरा शरीर नहीं बन सकिया। कई जन्म साग कर उपाया, साग दा अर्थ है वनस्पति, शाखावां जितने भी वनस्पति है, ते लख 84 जोन परमाया। 84 लख जूनां विच तू अपनी यात्रा करदा रहा। सतगुरु कहंदे भावगे एक मनोज सी कि 84 लख जूनां हुंदियां ने। मनुख नूं ये गल समझानी सी, इस करके गुरु साहब ने उस संदर्भ दे विच गल कीती। क्योंकि मनुख नूं समझाना है, जो मनुख रोज़ सुन रहा है, जिहड़ी गल मनुख दे जहन च चल रही है, प्यार वाले सच जानना उस राही ही समझाया जा सकता है। इस करके भगत जी कहन लगे, कहते वो अकाल पुरख वाहिगुरू ताने पेटे विच धागे मिले हुए हैं, तो उस परमात्मा ने सब दे विच अपने आप नूं मिलाया होया, अपने आप नूं रलाया होया। सब दे विच परमात्मा मिलिया होया, भावें सानूं दिखाई नहीं, साडे विच भी उहदी सत्ता मिली हुई है। और उन्ना चिर असीं संसार दे विच जिउंदे रहिंदे हां, शरीर करके जिन्ना चिर उहदी प्रभु सत्ता, उहदी ताकत, उसकी वो पावर साढ़े अंदर वरत रही होंदी है। जदों वो प्रभु सत्ता साढ़े अंदरों रब जी हटा लेंदे हन, पाओ कि वो धागा जिहड़ा विचों निकल जाता है, तो ये मन का टुट के पासे हो जाता है। और ये सारे मन के जिहड़े ने उस परमात्मा रूपी धागे विच परोते हुए ने। असीं सारे मन के हाँ, रब सारे मनकियां दा धागा है। भगत जी ने बड़े प्यारे विचार इत्थे साडे सामने तां रखे ने ताकि मनुख नूं ये ख्याल रहे कि मैं रब नालों कोई वखरा नहीं हाँ, मेरी कोई वखरी हस्ती नहीं है। पर जदों आपां मनुख की गल करते हैं, ये मनुख जिहड़ा है एक वखरी हस्ती बना के अपने जीवन को गुजारना शुरू करता। उसका कारण की है? कहने लगे उसका कारण एक है, एक कोई है, कहते एक अनेक व्यापक पूरक जत देखूं तत सोई, माया
चित्र वचित्र विमोहित बिरला बुझे कोई। भगत जी कहन लगे असल गल ये है कि एक परमात्मा अनेक रूप धार के हर थान ते मौजूद ते भरपूर है। परमात्मा नूं जिथे मैं तकदा कहंदे उत्थे ही मौजूद है, पर इस भेद नूं कोई विरला बंदा जानदा है, कोई विरला मनुख जानदा है, क्योंकि जीव आम तौर तो माया दे इन्हां रंगा रंगां दे रूपां विच चंगी तरह मोहे होए हाँ। सानूं रब क्यों नहीं दिखाई दिंदा? क्योंकि माया दे जिहड़े बेअंत रंग ने, भगत नामदेव जी कहंदे असीं जीव इन्हां रंगां दे विच चंगी तरह मोहित होए होए हाँ। असीं खचित हाँ, गलतान हाँ, असीं पूਰਨ तौर तो इन्हां विच जुड़ गए हाँ। तुसीं देखो ना कि कोई मनुख किसी चीज़ दे विच मोहित हो जाए, मोहिया जाए, तो मनुख उस पासों अपनी नज़र नहीं हटांदा। इस करके असीं देखते हैं कि मनुख की बहुती वृत्ति माया दे नाल जुड़ी हुई है। ये भांत भांत दी रंगा रंगां दी जिहड़ी माया परमात्मा ने पैदा की, और तुसीं वेखोगे कि हर एक मनुख अलग अलग तरीके नाल इस माया दे विच गलतान है। कोई मनुख धन दे पिछे दौड़ रहा है, कुछ मनुख पदार्थां दे पिछे दौड़ रहे हैं, कोई रूप दे पिछे दौड़ रहा है, कोई विकारां दे पिछे दौड़ रहा है, कोई किसी होर वासना दे पिछे दौड़ रहा है। इस संसार च रहिंदे तुसीं ध्यान नाल तकोगे हर एक मनुख की वृत्ति वक्खो वक्खरी थां ते जुड़ी हुई है। क्योंकि जिहड़ी माया है जिस रूप दे विच मनुख नूं प्रभावित कर रही है, मनुख उस दे नाल जुड़ जाता है, मोहिया जाता है। इस करके भेद जिहड़ा परमात्मा वाला समझ नहीं आता कि वह हर थां ते व्यापक है, अनेक रूप धार के हर थां ते मौजूद है कोई रूप अनेकां ने परमात्मा दे, जिन्हों भगत रविदास जी ने भी आख्या सर्वे एक अनेक स्वामी सबगढ़ भुगवै सोई, कह रविदास हाथ पै नेड़े सहजे होए सो होई। वो हथ नालों भी नेड़े है, पर कोई सहज का धार नहीं होवे। सब तो औखा जीवन विच कोई चीज़ है तो वह सहज है। अपने आप की बिरती नूं खिंडा लेना सुख है, अपने आप की बिरती नूं टिकाना सब तो औखा काम जी। साडी जिहड़ी बिरती है ना, साढ़े अंदर के जोड़े फुरने ने विचार ने, इन्हों खिंडा लेना जितने मर्जी खिंडाई जाओ खिंडते जाएंगे, पर कोई थानू कहे भी इन्हों हुण एक थां ते टिका लो, ये काम औखा है। क्यों? क्योंकि उस परमात्मा का जोड़ा भेद है, जिन्ना चिर असीं नहीं जानते उन्ना चिर असीं माया दे वख वख जोड़े रंग ने इन्हां विच गलतान रहंदे हाँ। जिस तरह कह लवां कि माया अनेकां रूपां विच मनुख दे कोल आउंदी है, मनुख दे उत्ते अपने अनियाले तीर चलांदी है। जिहड़ा मनुख इस माया दे हत्थों बिनिया जांदा है ते प्यार वालू सच जानना, वो मनुख उस माया दे बिने होए होण करके उस माया दे नाल जुड़ जांदा है। भगत कबीर साहब ने एक बड़ी प्यारी गल आखी है, कहंदे आई मुझे पै अनिक करे कर हेस। कहंदे ये जिहड़ी माया सी ना मेरे कोल भी आई, इसने कई भेग धारण किए, एक ने कई रूप धारण करके आई। ये समा समा सिर अपना रूप चेंज कर लैंदी है। तुसीं हैरान होंगे कि धार्मिक अस्थानां ते आके इसका रूप कुछ होर हो जाता है, दुनिया दे कोल जाके रूप कुछ होर बना लैंदी है। जिन्हों आप कहने रजो तमो सतो गुण, सतगुण जिहड़ा वो धार्मिक वृत्ति है, पर धार्मिक वृत्ति भी माया ऐसा प्रभाव पाती है कि बंदे नूं ये दर्शा देंदी तेरे वर्गा धार्मिक कोई नहीं, तेरे वर्गा ज्ञानी कोई नहीं, तेरे वर्गा सेवा करने वाला कोई नहीं, तेरे वर्गा गुरु नूं नतमस्तक होने वाला कोई नहीं, तेरे वर्गा सियाणा कोई नहीं। माया का रूप चेंज हो गया। एक बंदा ने छड्या अपना घर बार छड़ दिता, सब कुछ छड़ दिता, रजगुण ते तमगुण छड़ दिते, सतगुण ही हो गया, पर सतगुण ने अपना प्रभाव पाया। जिहड़ा भरतरी जोगी ने एक गल लिखी ना अपने ग्रंथ विच, उन्हें बड़ी कमाल की गल लिखी, कहंदे ये माया ने मेरे उत्ते ऐसा अनियाला तीर चलाया कि इसने मेरे जीवन नूं
ਬਿੰਨ ਕੇ ਰੱਖ ਦਿੱਤਾ। ਮੈਨੂੰ ਕਿ ਭੁਲੇਖਾ ਪਿਆ ਸੀ ਕਿ ਮੈਂ ਸਭ ਕੁਝ ਛੱਡ ਛਡਾ ਕੇ ਆ ਗਿਆ। ਉਸਨੇ ਗਾਥਾ ਲਿਖੀ ਕਿ ਮੈਂ ਜਾ ਰਿਹਾ ਸੀ, ਰਸਤੇ ਵਿੱਚ ਸਭ ਕੁਝ ਛੱਡ ਦਿੱਤਾ, ਰਾਜ ਪਾਠ, ਰਾਣੀਆਂ, ਘਰ ਪਰਿਵਾਰ ਸਭ ਕੁਝ ਛੱਡ ਦਿੱਤਾ। ਪਰ ਇਸ ਮਾਇਆ ਨੇ ਐਸਾ ਰੂਪ ਬਣਾ ਕੇ ਆਈ ਕਿ ਮੈਨੂੰ ਭੁਲੇਖੇ 'ਚ ਪਾ ਦਿੱਤਾ। ਉਸਨੇ ਬਚਨ ਲਿਖੇ, ਰਤਨ ਜੜਤ ਮੰਡਪ ਤਜੇ। ਕਹਿੰਦੇ ਰਤਨਾਂ ਨਾਲ ਜੜੇ ਹੋਏ ਮੇਰੇ ਕੋਲ ਘਰ ਸਨ, ਮੈਂ ਉਹ ਛੱਡ ਦਿੱਤੇ। ਮੈਂ ਮਨ ਦੇ ਵਿੱਚ ਗੁਮਾਨ ਕਰ ਲਿਆ ਵੀ ਦੇਖ ਤੇਰੇ ਵਰਗਾ ਕੌਣ ਹੋ ਸਕਦਾ ਹੈ ਜਿਸ ਦੇ ਘਰ ਨੂੰ ਰਤਨ ਜੜੇ ਹੋਏ ਹੋਣ। ਐਡਾ ਕੀਮਤੀ ਘਰ ਛੱਡ ਕੇ ਆ ਗਏ ਆ। ਰਤਨ ਜੜਤ ਮੰਡਪ ਤਜੇ, ਤਜੀ ਸਹਿੰਸਰ ਨਾਰ, ਕਿਉਂਕਿ ਰਾਜਾ ਸੀ। ਕਹਿੰਦੇ ਹਜ਼ਾਰਾਂ ਇਸਤਰੀਆਂ ਨਾਰਾਂ ਛੱਡ ਦਿੱਤੀਆਂ ਮੈਂ, ਮੇਰੇ ਵਰਗਾ ਕੌਣ ਹੋ ਸਕਦਾ ਹੈ। ਕਹਿੰਦੇ ਹੈਰਾਨੀ ਦੀ ਗੱਲ, ਇਤਨਾ ਕੁਝ ਛੱਡ ਦਿੱਤਾ ਔਰ ਮੈਂ ਗੁਮਾਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮੈਂ ਸੋਚਿਆ ਵੀ ਸ਼ਾਇਦ ਮਾਇਆ ਦਾ ਪੂਰਨ ਤੌਰ ਤੋਂ ਤਿਆਗ ਕਰ ਦਿੱਤਾ। ਬੰਦਾ ਇਹ ਸਮਝਦਾ ਹੈ ਕਿ ਘਰ-ਬਾਰ ਤਿਆਗ ਦਿੱਤਾ ਜਾਂ ਕੁਛ ਮਾਇਆ ਹੱਥੋਂ ਛੱਡ ਦਿੱਤੇ। ਬੰਦਾ ਕਹਿੰਦਾ ਵੀ ਮੇਰੇ ਵਰਗਾ ਹੁਣ ਮਾਇਆ ਤੋਂ ਰਹਿਤ ਬੰਦਾ ਕੋਈ ਨਹੀਂ, ਵੀ ਮੈਂ ਮਾਇਆ ਛੱਡ ਦਿੱਤੀ। 2 ਪੈਸੇ ਦੇ ਕੇ ਬੰਦਾ ਕਹਿੰਦਾ ਜੀ ਮੈਂ ਤਾਂ ਮਾਇਆ ਦਾ ਲਾਲਚ ਹੀ ਨਹੀਂ ਕਰਦਾ। ਉਹ ਮਾਇਆ ਕੋਈ ਪੈਸਾ ਹੀ ਥੋੜ੍ਹੀ ਹੈ। ਮਾਇਆ ਦਾ ਪਰਿਵਾਰ ਵੀ ਹੈ, ਸੰਸਾਰ ਦੇ ਹੋਰ ਸਾਰੀਆਂ ਚੀਜ਼ਾਂ, ਘਰ-ਬਾਰ ਵੀ ਹੈ, ਸੰਸਾਰ ਦਾ ਇਹ ਰੂਪ ਰੰਗ ਵੀ ਬਹੁਤ ਕੁਛ ਹੈ ਮਾਇਆ ਵਿੱਚ। ਤੇ ਇਕੱਲੀ ਪੈਸੇ ਤੇ ਮਾਇਆ ਨਹੀਂ ਨਾ। ਇਸ ਕਰਕੇ ਕਈ ਵਾਰੀ ਮਨੁੱਖ ਨੂੰ ਭੁਲੇਖਾ ਪੈ ਜਾਣਾ ਵੀ ਸ਼ਾਇਦ ਮੈਂ ਮਾਇਆ ਛੱਡ ਦਿੱਤੀ। ਉਸ ਨੂੰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਈ। ਕਹਿੰਦੇ ਸਿੱਖਾ ਜੇ ਮਾਇਆ ਛੱਡ ਦਿੱਤੀ ਫਿਰ ਕੀ ਹੋ ਗਿਆ, ਮਾਨ ਤਾਂ ਛੱਡਿਆ ਨਹੀਂ। ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਈ। ਮਾਨ ਮੁਨੀ ਮੁਨਵਰ ਕਰੇ, ਮਾਨ ਸਵੇ ਕੋ ਖਾਏ। ਮਾਨ ਦੇ ਵਿੱਚ ਤਾਂ ਵੱਡੇ ਵੱਡੇ ਮੁਨੀ ਜਨ ਗਲ ਗਏ। ਮਾਨ ਹੀ ਤਾਂ ਸਾਰਿਆਂ ਨੂੰ ਖਾਂਦਾ ਹੈ, ਹੰਕਾਰ ਹੀ ਤਾਂ ਮਨੁੱਖ ਨੂੰ ਖਤਮ ਕਰਦਾ ਹੈ। ਮਾਇਆ ਛੱਡਣੀ ਫਿਰ ਸੌਖੀ ਹੈ। ਦੇਖੋ ਨਾ ਤੁਸੀਂ ਕਈ ਬੰਦੇ ਦਾਨ ਕਰਦੇ, ਗੁਸਤਾਖੀ ਮਾਫ਼ ਕਰਨਾ, ਜੇ ਨਾਮ ਨਾ ਬੋਲੇ ਤੇ ਗ੍ਰੰਥੀ 'ਤੇ ਆ ਕੇ ਚੜ੍ਹ ਜਾਂਦੇ ਵੀ ਤੂੰ ਮੇਰਾ ਨਾਂ ਨਹੀਂ ਬੋਲਿਆ, ਮੈਂ ਤਾਂ 51,000 ਦਿੱਤੇ ਸੀ। ਮਾਇਆ ਤਾਂ ਛੱਡ ਦਿੱਤੀ 51,000, ਪਰ ਹੰਕਾਰ ਨਹੀਂ ਛੱਡਿਆ ਗਿਆ। ਮਾਇਆ ਛੱਡ ਦਿੱਤੀ, 51,000 ਰੁਪਏ ਦੇ ਦਿੱਤੇ, ਗੁਰੂ ਸਾਹਿਬ ਜੀ ਦੀ ਗੋਲਕ 'ਚ ਪਾ ਤੇ ਜਾਂ ਰਸੀਦ ਕਟਾਤੀ, ਪਰ ਗੁਮਾਨ ਮੇਰਾ ਨਾਂ ਤਾਂ ਆਇਆ ਨਹੀਂ ਜੀ ਕਿਤੇ। ਤੁਸੀਂ ਮੇਰਾ ਨਾਮ ਭੁੱਲ ਗਏ, ਮੈਂ ਤਾਂ 51,000 ਦਿੱਤੇ ਸੀ। ਹੁਣ ਮਨੁੱਖ ਜੇ 51,000 ਦੇ ਰਿਹਾ, ਉਹ ਆਪਣੇ ਨਾਮ ਵਾਸਤੇ ਦੇ ਰਿਹਾ ਵੀ ਲੋਕ ਮੇਰਾ ਨਾਂ ਸੁਣਨਗੇ ਲੋਕ। ਪੁਰਾਤਨ ਸਮਾਂ ਮੰਡਲੀਆਂ ਹੁੰਦੀਆਂ ਸਨ ਅਤੇ ਉੱਥੇ ਜਿਹੜੇ ਲੋਕ ਮੰਡਲੀਆਂ ਕਰਦੇ ਸਨ ਬੜੇ ਸਿਆਣੇ ਹੁੰਦੇ ਸਨ। ਉਹ ਬੰਦੇ ਦੇ ਇੱਕ ਬੰਦੇ ਦੇ ਨਾ ਘਰ ਦਾ ਹੀ ਬੰਦਾ ਭੇਜ ਕੇ ਨਾ ਉਹਦਾ ਨਾਂ ਲੈ ਦੇਣਾ ਵੀ ਛੋਟਾ ਜਿਹਾ ਬੱਚਾ ਆਇਆ 100 ਰੁਪਏ ਦਿੱਤੇ। ਅਤੇ ਜਿਹੜੇ ਪਿੰਡ ਦੇ ਬਾਕੀ ਲੋਕ ਹੁੰਦੇ ਸਨ ਉਹ ਆਪਣੇ ਨਾਮ ਦੇ ਐਡੇ ਭੁੱਖੇ ਹੁੰਦੇ ਸਨ ਕਿ ਹਜ਼ਾਰਾਂ ਰੁਪਏ ਬਰਬਾਦ ਕਰ ਦਿੰਦੇ ਸਨ ਨਾਮ ਦੇ ਪਿੱਛੇ ਵੀ ਸਾਡਾ ਨਾਮ ਬੋਲਣਾ ਚਾਹੀਦਾ। ਦੇਖੋ ਫਲਾਣੇ ਬੰਦੇ ਦਾ ਨਾਮ ਬੋਲਿਆ ਵੀ ਮੇਰੇ ਦਾ ਵੀ ਬੋਲਣਾ ਚਾਹੀਦਾ। ਭਾਵੇਂ ਆਪਣੇ ਕੋਲ ਬੱਚਿਆਂ ਦੀ ਫੀਸਾਂ ਦੇਣ ਨੂੰ ਪੈਸਾ ਨਹੀਂ, ਆਪਣੇ ਖਰਚਿਆਂ ਵਾਸਤੇ ਪੈਸਾ ਨਹੀਂ, ਰੋਟੀ ਵਾਸਤੇ ਪੈਸਾ ਨਹੀਂ, ਪਰ ਹੰਕਾਰ ਦੇ ਵਾਸਤੇ ਬੰਦਾ ਸਭ ਕੁਝ ਬਰਬਾਦ ਕਰਕੇ ਆ ਜਾਂਦਾ। ਗੁਰਬਾਣੀ ਕਹਿੰਦੀ ਹੈ ਮਾਨ ਛੱਡਣਾ ਜ਼ਰੂਰੀ ਹੈ, ਗੁਮਾਨ ਛੱਡਣਾ ਜ਼ਰੂਰੀ ਹੈ। ਕੀ ਹੋਇਆ ਜੇ ਤੂੰ ਮਾਇਆ ਛੱਡ ਦਿੱਤੀ? ਭੜਤਰੀ ਜੋਗੀ ਕਹਿੰਦਾ ਹੈ, ਕਹਿੰਦੇ ਰਤਨ ਜੜਤ ਮੰਡਪ ਤਜੇ, ਤਜੇ ਸਹਿੰਸਰ ਨਾਰ, ਤਜੀ ਸਹਿੰਸਰ ਨਾਰ। ਅਗਲੇ ਵਚਨ ਬੜੇ ਕਮਾਲ ਦੇ ਨੇ, ਕਹਿੰਦੇ ਅਜੇ ਵਾਸਨਾ ਨਾ ਤਜੀ, ਰੇ ਮਨ ਤੋਹਿ ਤਿਕਾਰ। ਹੇ ਮਨ ਤੂੰ ਅਜੇ ਵੀ ਵਾਸਨਾ ਨਹੀਂ ਛੱਡੀ, ਤੈਨੂੰ ਬੜੀ ਫਿਟਕਾਰਾਂ ਨੇ, ਤੂੰ ਇਤਨਾ ਕੁਝ ਤਾਂ ਛੱਡ ਕੇ ਆ ਗਿਆ। ਕਿਉਂਕਿ ਇਹ ਗੱਲ, ਕਿਉਂਕਿ ਇਹ ਜਦੋਂ ਰਾਜਪਾਟ ਛੱਡ ਕੇ ਜੰਗਲ ਨੂੰ ਜਾ ਰਿਹਾ ਸੀ ਨਾ, ਸਵੇਰ ਦਾ ਵਕਤ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ। ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ, ਦੂਰੋਂ ਇੰਝ ਲੱਗਦਾ ਸੀ ਜਿਵੇਂ ਕੋਈ ਲਾਲ ਪਿਆ ਹੋਇਆ, ਕੀਮਤੀ ਲਾਲ। ਪਤਾ ਨਹੀਂ ਮਨ ਦੇ ਵਿੱਚ ਵਾਸਨਾ ਨੇ ਜਨਮ ਲਿਆ ਵੀ ਕੀਮਤੀ ਲਾਲ ਪਿਆ, ਕੋਈ ਨਹੀਂ ਮੈਂ ਚੁੱਕ ਲਵਾਂ, ਕੋਈ ਹੋਰ ਚੁੱਕ ਲਾਏਗਾ, ਨਹੀਂ ਤੇ ਕਿਸੇ ਹੋਰ ਨੇ ਲੈ ਜਾਣਾ। ਜਦੋਂ ਕਹਿੰਦੇ ਮੈਂ ਹੱਥ ਪਾਇਆ ਨਾ ਅਤੇ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਉਹ ਸੀ ਲਾਲ। ਦੇਖਣ ਨੂੰ ਲਾਲ ਲੱਗਦਾ ਸੀ, ਉਹ ਸੂਰਜ ਦੀ ਕਿਰਨਾਂ ਪੈ ਰਹੀਆਂ ਸਨ, ਚਮਕ ਬੜੀ ਸੀ। ਅਤੇ ਮੈਂ ਜੋ ਹੱਥ ਪਾਇਆ ਨਾ ਉਸਨੂੰ, ਤਾਂ ਉਸ ਵੇਲੇ ਸਾਰਾ ਹੱਥ ਪੀਂਘ ਨਾਲ ਭਰ ਗਿਆ ਮੇਰਾ। ਮੈਂ ਬੜਾ ਕਲਪਿਆ ਮਨਾ,
राज पाट छड़ के आ गया, घर दे सारे सुख छड़ के आ गया, पर तेरे मन ने अजे भी वासना नहीं छड़ी। देख कित्थे आके तू वासना ते विच होके कित्थे तेरी मत मारी गई। इस माया ने कित्थे मत मार दिती कि तू इस पान खा के किने थुकिया सी ते उस पींग नूं हत्थ विच पा लिया। बड़ा कल्पिया भरतरी जोगी भी ये मेरे नाल की हो गया। भगत नामदेव जी कहते माया चित्र विचित्र वचित्र विमोहित। माया जिहड़ी है ना, ये वचित्र का अर्थ है अनेका रंग धार के आउंदी है। ਇਹਦੇ चित्र अनेका ही हैं। ਜਿਹੜੇ वचित्र का अर्थ है वख वख रूप धारण करके आउंदी है। ये रंगा रंगा की माया है। विमोहित का अर्थ है असीं जीव मोहे जाने हैं। कोई बगीची देख ली, फुल्लां नूं देखते रह गए। मैं कई बार एक उदाहरण दिंदा हुंदा कि एक बंदे नूं ना किसी राजे नूं मिलना सी, मिलन दा वक्त मिल गया। राजे नूं मिलना सी, पर राजे नूं मिलन तो पहलां उसदे घर तो बाहर दरवाजे तो पहलां ਉਹਦੇ महलां अंदर एक सुंदर बगीचा सी, फुੱਲ लगे हुए सन, एक फुआरा चलदा सी। बंदा मिलन वास्ते गया क्योंकि टाइम मिलिया सी। जदों अंदर गया राज महल दे विच ते ਉਹ फुੱਲ देखण लग पिया। कुछ समा फुੱਲ वेखदियां लंघिया, कुछ समा फुआरे नूं वेखदियां लंघिया। जिहड़ा कि चौकीदार खलोता सी, ਉਹਨੇ ਕਿਹਾ भी हुण तेरा समा पूरा हो गया, हुण नहीं मिल सकदा, चल बाहर निकलो। उस वेले ਉਹਨੂੰ याद आई भी मैं तो राजे नूं मिलन आया सी। हुण कलपदा भी कुछ समा, बस 1 मिनट दे दो, बस मैं गल कह के चला जावां। कहने नहीं हुण समा नहीं। यही साडी हालत है कि संसार रूपी इस राज महल दे विच असीं आए हाँ। संसार की इस रूप माया के वख वख रंगां विच आके असीं फस जाने हाँ। इस संसार के फुआरे, संसार के रूप रंग, इत्थे दी बगीचियाँ, इत्थे दियां बनाईयां होईयां रबी कुदरती दातां जिहड़ियां, उन्हां विच असीं ऐसे फस जाने हाँ कि उस परमात्मा रूपी राजा नूं मिलिया होया जिहड़ा समा सी मनुखा जीवन, वो लंघ ही जांदा साडा। ते जदों समा लंघ जांदा ना, फिर असीं कलपदे हाँ। असीं कहंदे जमदूत जी, धर्म राजा जी, बस 1 मिनट दे दो बस। पर उन्होंने तकड़े पाए हाथ। गुरबाणी कहती वो हत्थ एडे तकड़े पांदा है कि किसी नूं एक खिंदा समा नहीं दिंदी मौत। फिर बंदा मत्थे नूं हत्थ मारदा भी मैं तो कुछ होर करन आया सी, मैं तो इत्थे मिलन वास्ते आया सी, मैं किहड़े पासे लग गया इधर। उस वेले पछतावा हुंदा। इस करके कबीर साहब ने ताईं किहा बाणी विच, कहंदे जिहड़ा मनुख है ना, कहत कबीर तब ही नर जागै, जम का डंड मूण में लागै। ये जागदा तो है, पर उदों जागदा जदों कि जमां दा डंडा कहंदे जो सिर ते आके वजदा इसदे। फिर इहनूं याद आउंदी है। फिर परिवार व्यर्थ लगन लग पैंदा है, तन व्यर्थ लगन लग पैंदा है। जो अज तक के ख्याल सन सब माड़े लगन लग पैंदे ने। हुण तां बस रब चंगा लगदा, पर हुण रब नूं जपण दा, भजन दा हुण वक्त ही नहीं इसदे कोल। क्योंकि जदों वक्त सीगा उदों ये फसिया रहा। 12 वर्ष बालपन बीते, 20 वर्ष का तप ना कियो, 30 वर्ष का देव ना पूजा, फिर पछताना व्रत पयो, मेरी मेरी करते जन्म गयो। लो जी, लीला खत्म हो गई जीवन की सारी। फिर बंदा कहता भी हुण मैं की करा। उस वेले वक्त नहीं है। इस करके भगत नामदेव जी कहते ने कि इस संसार की माया नूं वेख के ना तू मोहित ना हो। इन्हां पदार्थां नूं वेख के, परिवार नूं वेख के, वख वख चीज़ां नूं वेख के। अजोका मनुख नूं मैं बड़े ध्यान नाल तकदा है और बड़ी हैरानी भी हुंदी है कि मनुख नूं वेख के कि अजोका जिहड़ा बंदे दे हत्थ विच साधन है। कई बंदे मोबाइल दे विच इन्ने मगन हो जाते, उन्होंने आवाज़ मारो आवाज़ तक नहीं सुनती। उन्होंने कोई पूछे भाई ये मोबाइल रब दे नाल तैनूं मिला देगा, तैनूं जीवन का सही ज्ञान दे देगा, जिहदे विच तू इतना गलतान होया। गेमां दे विच, मैचां दे विच, होर पता नहीं किहड़ी चीज़ां विच बंदे गलतान ने। उन्होंने आवाज़ मारो सुनाई नहीं जाती भी किसी ने आवाज़ मारी सानूं। एक बंदे दे नाल जाते हुए ना गल चल रही सी। मैं जो सफ़र ते जा रहा सी, एक बंदा मिलिया तो वो डॉक्टर लाइन चो सी। मैनूं कहंदा 10 साल रुक जाओ, जिहड़े हुण
24 ਘੰਟਿਆਂ ਦੇ ਵਿੱਚ 16 ਘੰਟੇ ਮੋਬਾਈਲ ਵੇਖਦੇ ਨੇ, ਇਹਦਾ ਰਿਜ਼ਲਟ 10 ਸਾਲ ਬਾਅਦ ਆਉਣਾ। ਜਦੋਂ ਅੱਖਾਂ ਤੋਂ ਦੇਖਣਾ ਨਹੀਂ, ਕੰਨਾਂ ਤੋਂ ਸੁਣਨਾ ਨਹੀਂ, ਰਸਨਾ ਤੋਂ ਬੋਲਿਆ ਨਹੀਂ ਜਾਣਾ, ਉਸ ਵੇਲੇ ਬੰਦੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਕੀ ਵਰਤ ਗਿਆ। ਕਹਿੰਦੇ ਅਜੇ 10 ਸਾਲ ਰੁਕ ਜਾਓ, ਕਹਿੰਦੇ ਬਸ 10 ਸਾਲ ਦੀ ਗੱਲ ਆ। ਕਹਿੰਦੇ 10 ਸਾਲ ਠਹਿਰ ਜਾਓ, ਫਿਰ ਜੋ ਗੱਲ ਕਰਾਂਗੇ ਇਸ ਮੋਬਾਈਲ ਦੇ। ਫਿਰ ਬੰਦਾ ਕਹਿੰਦੇ ਕੋਲ ਤਾਂ ਦੂਰ, ਕਹਿੰਦੇ ਵਗਾ ਕੇ ਮਾਰੇਗਾ ਇਹਨੂੰ ਵੀ ਤੂੰ ਤਾਂ ਮੇਰਾ ਦੁਸ਼ਮਣ ਨਿਕਲਿਆ, ਮੈਂ ਤਾਂ ਤੈਨੂੰ ਮਿੱਤਰ ਸਮਝਿਆ ਹੋਇਆ ਸੀ ਆਪਣਾ। ਉਹ ਡਾਕਟਰ ਕਹਿੰਦੇ ਭਾਈ ਸਾਹਿਬ ਦੇਖਣਾ 10 ਸਾਲ ਬਾਅਦ ਇਸ ਦਾ ਰਿਜ਼ਲਟ ਦੇਖਣਾ, ਲੋਕ ਨੇੜੇ ਬਲਾ ਇਹਨੂੰ ਵਗਾ ਕੇ ਮਾਰਨਗੇ ਦੂਰ। ਕਹਿੰਦੇ ਇਹ ਤਾਂ ਬਲਾ ਪਾਲ ਲਈ ਸੀ। ਉਦੋਂ ਬੰਦੇ ਨੂੰ ਪਤਾ ਲੱਗੇ ਵੀ ਇਹ ਕਹਾਣੀ ਕੀ ਬਣ ਗਈ, ਕੁਛ ਹੋਰ ਹੀ ਬਣ ਗਈ ਕਹਾਣੀ। ਤੇ ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ ਮਾਇਆ ਚਿੱਤਰ ਵਚਿੱਤਰ ਵਿਮੋਹਿਤ ਵਿਰਲਾ ਬੁੱਝੇ ਕੋਈ, ਪਰ ਕੋਈ ਵਿਰਲਾ ਬੰਦਾ ਇਸ ਮਾਇਆ ਦੇ ਭੇਦ ਨੂੰ ਸਮਝਦਾ ਹੈ, ਸਾਰੇ ਨਹੀਂ ਸਮਝਦੇ ਵੀ ਇਹ ਸਾਨੂੰ ਆਪਣੇ ਵਿੱਚ ਫਸਾ ਰਹੀ ਹੈ। ਅਗਲੇ ਵਚਨ ਕੀਤੇ, ਕਹਿਣ ਲੱਗੇ ਜਲ ਤਰੰਗ ਅਨ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ। ਜਲ ਕਹਿੰਦੇ ਨੇ ਪਾਣੀ ਨੂੰ, ਤਰੰਗ ਦਾ ਅਰਥ ਹੁੰਦਾ ਲਹਿਰਾਂ ਠਿੱਲਾਂ, ਅਰ ਦਾ ਅਰਥ ਹੈ ਅਤੇ, ਫੇਨ ਦਾ ਅਰਥ ਹੁੰਦਾ ਹੈ ਜੋ ਪਾਣੀ ਦੇ ਵਿੱਚ ਝੱਗ ਬਣਦੇ ਨੇ, ਬੁੱਧ ਬੁੱਧਾ ਦਾ ਅਰਥ ਹੁੰਦਾ ਬੁਲਬੁਲੇ। ਆਖਣ ਲੱਗੇ ਪਾਣੀ ਦੇ ਵਿੱਚ ਲਹਿਰਾਂ ਉੱਡਦੀਆਂ, ਪਾਣੀ ਦੇ ਵਿੱਚ ਝੱਗ ਬਣਦਾ ਹੈ, ਪਾਣੀ ਦੇ ਵਿੱਚ ਬੁਲਬੁਲਾ ਬਣਦਾ ਹੈ। ਅਤੇ ਜਦੋਂ ਅਸੀਂ ਵੇਖਦੇ ਹਾਂ ਤਾਂ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਵੀ ਸ਼ਾਇਦ ਪਾਣੀ ਵੱਖਰਾ ਅਤੇ ਲਹਿਰਾਂ ਵੱਖਰੀਆਂ। ਜਿਵੇਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਈ। ਲਹਿਰਾਂ ਜਿਹੜੀਆਂ ਨੇ ਜਦੋਂ ਉੱਠਦੀਆਂ ਉਹ ਵੱਖਰੀਆਂ ਲੱਗਦੀਆਂ, ਝੱਗ ਵੀ ਵੱਖਰੇ ਲੱਗਦੇ, ਬੁਲਬੁਲਾ ਜਿਹੜਾ ਬਣਦਾ ਉਹ ਵੀ ਵੱਖਰਾ ਲੱਗਦਾ। ਪਰ ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਜਲ ਤੇ ਭਿੰਨ ਨਾ ਹੋਈ, ਪਰ ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ। ਲੱਗਦੇ ਜ਼ਰੂਰ ਨੇ ਕਿ ਪਾਣੀ ਤੋਂ ਵੱਖਰੇ ਨੇ, ਪਾਣੀ ਤੋਂ ਅੱਡ ਨੇ, ਪਰ ਪਾਣੀ ਤੋਂ ਵੱਖਰੇ ਨਹੀਂ ਹੁੰਦੇ ਕਦੀ। ਇਹ ਪਾਣੀ ਦਾ ਹੀ ਰੂਪ ਹਨ। ਔਰ ਯਾਦ ਰੱਖਿਓ, ਜੇ ਪਾਣੀ ਨਹੀਂ ਤਾਂ ਨਾ ਤਾਂ ਲਹਿਰਾਂ ਉੱਡ ਸਕਦੀਆਂ, ਨਾ ਝੱਗ ਬਣ ਸਕਦਾ, ਨਾ ਹੀ ਬੁਲਬੁਲਾ ਪੈਦਾ ਹੋ ਸਕਦਾ, ਪਾਣੀ ਤੋਂ ਬਿਨਾਂ ਨਹੀਂ। ਕਹਿਣ ਦਾ ਮਕਸਦ ਹੈ ਨਾਮਦੇਵ ਜੀ ਦਾ, ਉਸ ਪਰਮਾਤਮਾ ਤੋਂ ਬਿਨਾਂ ਇਹ ਸੰਸਾਰ ਨਹੀਂ। ਜਿਹੜੇ ਸੰਸਾਰ ਨੂੰ ਤੁਸੀਂ ਵੇਖ ਰਹੇ ਹੋ, ਜਿਸ ਸੰਸਾਰ 'ਚ ਰਹਿ ਰਹੇ ਹੋ, ਜਿਸ ਮਾਇਆ ਦੇ ਵਿੱਚ ਗਲਤਾਨ ਹੋ, ਪਰ ਇਹ ਗੱਲ ਯਾਦ ਰੱਖਿਓ ਕਿ ਰੱਬ ਤੋਂ ਬਿਨਾਂ ਇਹ ਸੰਸਾਰ ਦੀ ਮਾਇਆ ਵੀ ਨਹੀਂ, ਸੰਸਾਰ ਦੀ ਕੋਈ ਵੀ ਚੀਜ਼ ਨਹੀਂ। ਫਿਰ ਕਹਿਣ ਲੱਗੇ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ। ਪਰਪੰਚ ਇਹ ਦਿਸਦਾ ਤਮਾਸ਼ਾ ਰੂਪ ਸੰਸਾਰ। ਕਹਿੰਦੇ ਕਿਸ ਦੀ ਲੀਲਾ, ਕਿਸ ਦੀ ਖੇਡ ਹੈ? ਕਹਿੰਦੇ ਪਾਰ ਬ੍ਰਹਮ ਦੀ, ਪਰਮਾਤਮਾ ਦੀ। ਵਿਚਰਤ ਆਨ ਨਾ ਹੋਈ। ਆਨ ਦਾ ਅਰਥ ਹੈ ਵੱਖਰਾ, ਓਪਰਾ। ਵਿਚਰਤ ਦਾ ਅਰਥ ਹੈ ਵਿਚਾਰਿਆਂ ਪਤਾ ਲੱਗਦਾ ਹੈ ਕਿ ਇਹ ਰੱਬ ਨਾਲੋਂ ਵੱਖਰਾ ਨਹੀਂ ਹੈ। ਜਿਸ ਸੰਸਾਰ ਨੂੰ ਤੂੰ ਮੈਂ ਜੱਫਾ ਪਾਈ ਬੈਠਾ ਨਾ, ਉਸ ਨਿਰੰਕਾਰ ਨੂੰ ਛੱਡੀ ਬੈਠਾ। ਸਾਧੂ ਕਹਿੰਦੇ ਇਹ ਸੰਸਾਰ ਉਸ ਰੱਬ ਤੋਂ ਵੱਖਰਾ ਨਹੀਂ ਹੈ। ਫਿਰ ਕਹਿੰਦੇ ਨੇ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਮਨੁੱਖ ਦੀ ਇੱਕ ਬਿਰਤੀ ਹੈ ਕਿ ਕਹਿੰਦੇ ਸੰਸਾਰ ਦੇ ਵਿੱਚ, ਕਿਉਂਕਿ ਇਸ ਪਰਪੰਚ ਨੂੰ ਵੇਖ ਕੇ ਜੀਵਾਂ ਨੂੰ ਲੱਗਦਾ ਹੈ, ਕਿਉਂਕਿ ਹੈ ਤਾਂ ਇਹ ਪਰਪੰਚ ਹੀ ਸੰਸਾਰ। ਪਰਪੰਚ ਵੈਸੇ ਠੱਗ ਬੂਟੀ ਨੂੰ ਵੀ ਕਹਿੰਦੇ ਨੇ, ਠੱਗੀ ਨੂੰ ਵੀ ਕਹਿੰਦੇ ਨੇ ਪਰਪੰਚ। ਆਖਣ ਲੱਗੇ ਮਿਥਿਆ ਭਰਮ। ਮਿਥਿਆ ਦਾ ਅਰਥ ਹੈ ਝੂਠਾ, ਭਰਮ ਦਾ ਅਰਥ ਹੈ ਗਲਤ ਖਿਆਲ, ਗਲਤ ਫਹਿਮੀ, ਭਟਕਣਾ। ਅਰ ਦਾ ਅਰਥ ਹੈ ਅਤੇ, ਸੁਪਨ ਮਨੋਰਥ ਪਾਓ ਕਿ ਉਹ ਚੀਜ਼ਾਂ ਜਿਨ੍ਹਾਂ ਦੀ ਖਾਤਰ ਮਨ ਦੌੜਦਾ ਫਿਰਦਾ ਹੈ, ਕਹਿੰਦੇ ਉਹ ਸੁਪਨੇ ਦੀ ਨਿਆਈ ਨੇ। ਬੰਦਾ ਕਹਿੰਦਾ ਵੀ ਮੇਰਾ ਮਨੋਰਥ ਤਾਂ ਮੈਂ ਕੋਠੀ ਵੱਡੀ ਪਾਣੀ ਹੈ, ਕੋਈ ਕਹਿੰਦਾ ਜੀ ਮੈਂ ਵੱਡੀ ਕਾਰ ਲੈਣੀ ਹੈ, ਕੋਈ ਕਹਿੰਦਾ ਮੈਂ ਕੱਪੜੇ ਬ੍ਰਾਂਡਡ ਪਾਉਣੇ, ਕੋਈ ਕਹਿੰਦਾ ਕੁਛ ਹੋਰ ਪਾਸੇ। ਮੇਰਾ ਮਨੋਰਥ ਤਾਂ ਇਹ ਹੈ। ਔਰ ਇੱਕ ਮਨੋਰਥ ਨਹੀਂ ਇੱਥੇ ਸੰਸਾਰ ਦੇ ਵਿੱਚ। ਇੱਕ ਵਾਰੀ ਨਾ ਅਸੀਂ ਨਵਾਂ ਸ਼ਹਿਰ ਗਏ, ਕਿਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੱਗੀ ਸੀ, ਅਤੇ ਕੋਈ NRI ਵੀਰ ਦੇ ਘਰ ਪਾਠ ਚੱਲ ਰਿਹਾ ਸੀ, ਅਤੇ ਉਸ ਵੇਲੇ ਅਸੀਂ ਪੜ੍ਹਦੇ ਸੀ ਕਾਲਜ ਦੇ ਵਿੱਚ। ਤਾਂ ਉਸਨੇ ਸਾਨੂੰ ਨਾ ਸ਼ਾਮ ਦੇ ਟਾਈਮ, ਇਸ ਵੇਲੇ ਜਦੋਂ ਰਹਿਰਾਸ ਦਾ ਪਾਠ ਹੋ ਗਿਆ, ਆਪਣੇ ਕੋਲ ਬਿਠਾਇਆ। ਇੱਕ ਗੱਲ ਪੁੱਛਣ ਲੱਗੇ ਸਾਨੂੰ ਸਾਰਿਆਂ ਨੂੰ ਵੀ ਸਾਡਾ ਮਨੋਰਥ ਕੀ ਹੈ ਕਾਲਜ ਵਿੱਚ ਆਉਣ ਦਾ।
ਵੀ ਤੁਸੀਂ ਗੁਰਮਤਿ ਪੜ੍ਹ ਰਹੇ ਹੋ, ਤੁਸੀਂ ਗਿਆਨੀ ਕਰ ਰਹੇ ਹੋ, ਤੇ ਗਿਆਨੀ ਦਾ ਮਕਸਦ ਕੀ ਤੁਹਾਡਾ? ਹਰ ਇੱਕ ਨੇ ਆਪਣੇ ਆਪਣੇ ਵਿਚਾਰ ਰੱਖੇ। ਕੋਈ ਕਹਿੰਦਾ ਜੀ ਅਸੀਂ ਗੁਰਮਤਿ ਆਪਣੇ ਵਾਸਤੇ ਸਿੱਖਣੀ ਹੈ, ਕੋਈ ਕਹਿੰਦਾ ਜੀ ਗੁਰਮਤਿ ਸਿੱਖ ਕੇ ਅਸੀਂ ਗੁਰਮਤਿ ਦਾ ਪ੍ਰਚਾਰ ਕਰਨਾ, ਕੋਈ ਕਹਿੰਦਾ ਅਸੀਂ ਇਹ ਕਰਨਾ, ਕਦੀ ਉਹ ਕਰਨਾ। ਉਹਨਾਂ ਵਿੱਚੋਂ ਇੱਕ ਬੱਚਾ ਸੀ ਅਤੇ ਉਹ ਕਹਿਣ ਲੱਗਾ ਜੀ ਮੈਂ ਨਾ ਕਥਾ ਸਿੱਖ ਕੇ, ਗੁਰਮਤਿ ਸਿੱਖ ਕੇ ਨਾ ਮੈਂ ਪਿੰਦਰਪਾਲ ਸਿੰਘ ਨੂੰ ਕੱਟਣਾ। ਉਹ NRI ਵੀਰ ਜਿਹੜੇ ਨੇ ਉਹ ਕਹਿਣ ਲੱਗੇ ਪੁਰਖਾ ਤੇਰਾ ਤਾਂ ਮਨੋਰਥ ਹੀ ਗਲਤ ਹੈ। ਵੀ ਗਿਆਨੀ ਪਿੰਦਰਪਾਲ ਜੀ ਜਿਹੜੇ ਨੇ ਉਹ ਸੰਨ 80 ਦੇ ਤੁਰੇ ਹੋਏ ਨੇ, ਤੂੰ 2002 ਵਿੱਚ ਤੁਰ ਰਿਹਾ, 2003 ਹੋ ਗਈ ਹੁਣ, 23 ਸਾਲ ਤੂੰ ਪਿੱਛੇ ਹੋਣਾ। ਤੂੰ ਜਦੋਂ 23 ਸਾਲ ਤੂੰ ਮਿਹਨਤ ਕਰੇਗਾ ਨਾ ਤੇ ਪਿੰਦਰਪਾਲ ਸਿੰਘ ਜੀ ਕਿੱਥੇ ਬੈਠੇ ਹੋਣਗੇ ਗਿਆਨ ਦੇ ਰੂਪ ਦੇ ਵਿੱਚ, ਤੇ ਤੂੰ ਕਿੱਥੇ ਹੋਏਗਾ? ਕਹਿੰਦੇ ਬਹੁਤ ਗਲਤ ਮਨੋਰਥ ਲੈ ਕੇ ਤੁਰਿਆ ਵੀ ਮੈਂ ਪਿੰਦਰਪਾਲ ਨੂੰ ਪਿੱਛੇ ਛੱਡਣਾ, ਇਹ ਮਨੋਰਥ ਤੇਰਾ ਬੜਾ ਗਲਤ ਹੈ। ਵੈਸੇ ਵੀ ਗੁਰਮਤਿ ਦੇ ਵਿੱਚ ਅੱਗੇ ਤੇ ਪਿੱਛੇ ਦੀ ਗੱਲ ਨਹੀਂ ਹੈ, ਗੁਰਮਤਿ ਦੇ ਵਿੱਚ ਤਾਂ ਗੁਰਮਤਿ ਦਾ ਪ੍ਰਚਾਰ ਹੈ। ਦੂਜੀ ਗੱਲ ਗੁਰਮਤਿ ਕਹਿੰਦੀ ਇਹ ਦਿੱਤਾ ਹੋਇਆ ਰੱਬ ਦਾ ਗਿਆਨ ਹੈ, ਜਿਹਨੂੰ ਵੀ ਦਵੇ ਆਪ ਨਹੀਂ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਦਿੱਤੀ। ਇਹ ਤਾਂ ਆਪਣੇ ਆਪਣੀ ਮੱਤ ਜਿੰਨੀ ਰੱਬ ਨੇ ਦਿੱਤੀ ਉਤਨਾ ਕੋਈ ਬਿਆਨ ਕਰ ਸਕਦਾ। ਉਹ ਕਹਿੰਦਾ ਵੀ ਤੂੰ ਮਨੋਰਥ ਤਾਂ ਮਿਥਿਆ ਪਰ ਬੜਾ ਗਲਤ ਨਿਥ ਲਿਆ। ਸਗੋਂ ਤੁਹਾਡਾ ਗੁਰਮਤਿ ਸਿੱਖ ਕੇ ਮਨੋਰਥ ਇਹ ਹੋਣਾ ਚਾਹੀਦਾ ਹੈ ਵੀ ਕਰਨਾ ਸਿੱਖੀ ਦਾ ਪ੍ਰਚਾਰ ਘਰ ਘਰ ਦੇ ਵਿਚਕਾਰ, ਵੀ ਜਿਹੜੀ ਗੁਰਮਤਿ ਤੁਸੀਂ ਸਿੱਖ ਰਹੇ ਹੋ ਇਸ ਗੁਰਮਤਿ ਦੇ ਰਾਹੀਂ ਜਿਹੜੀ ਮਦਦ ਤੁਹਾਨੂੰ ਪ੍ਰਾਪਤ ਹੋਈ ਹੈ ਨਾ, ਘਰ ਘਰ ਵਿੱਚ ਜਾ ਕੇ ਪ੍ਰਚਾਰ ਕਰੋ। ਮੈਂ ਇੱਕ ਬੇਨਤੀ ਕਰਾਂ ਗੁਰਸਿੱਖੋ, ਅੱਜ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਡੇਰੇ ਬਹੁਤੇ ਨੇ, ਗੁਰਦੁਆਰੇ ਘੱਟ ਨੇ। ਪਤਾ ਕਿਉਂ ਬਣੇ? ਕਿਉਂਕਿ ਗੁਰਦੁਆਰੇ ਦੇ ਵਿੱਚ ਕੋਈ ਵਿਰਲਾ ਹੀ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਹੋਏਗਾ ਜਿਹੜਾ ਗੁਰਮਤਿ ਦੀ ਗੱਲ ਕਰਦਾ, ਨਹੀਂ ਤਾਂ ਸਾਡੀ ਤਾਂ ਸਾਰੀ ਕਹਾਣੀਆਂ ਚੱਲਦੀਆਂ ਗੁਰਦੁਆਰਿਆਂ 'ਚ। ਅਤੇ ਡੇਰੇ ਬਣ ਗਏ। ਲੋਕਾਂ ਨੂੰ ਕੁਛ ਚਾਹੀਦਾ ਸੀ, ਲੋਕ ਖੋਜ ਪੜਤਾਲ ਕਰਦੇ ਸਨ, ਡੇਰੇ ਵਾਲਿਆਂ ਨੇ ਉਹ ਦੇ ਦਿੱਤਾ, ਬੰਦਾ ਗੁਰਦੁਆਰਿਆਂ ਟੁੱਟ ਕੇ ਡੇਰਿਆਂ ਨਾਲ ਜੁੜ ਗਿਆ। ਤੁਹਾਨੂੰ ਪਤਾ ਵੀ ਪ੍ਰਾਈਵੇਟ ਸਕੂਲ ਕਿਉਂ ਖੁੱਲ੍ਹੇ ਨੇ? ਕਿਉਂਕਿ ਸਰਕਾਰੀ ਸਕੂਲ ਤੋਂ ਬੰਦੇ ਦੀ ਤਸੱਲੀ ਨਹੀਂ ਸੀ ਹੋ ਰਹੀ, ਨਹੀਂ ਤਾਂ ਪ੍ਰਾਈਵੇਟ ਸਕੂਲਾਂ ਦੀ ਲੋੜ ਨਹੀਂ ਸੀ। ਪਰ ਪ੍ਰਾਈਵੇਟ ਸਕੂਲ ਤਸੱਲੀ, ਸਰਕਾਰੀ ਸਕੂਲ ਕੀ ਕਰ ਰਹੇ ਸਨ? ਉੱਥੇ ਪੜ੍ਹਾ ਕੇ ਰਾਜੀ ਨਹੀਂ ਸਨ ਟੀਚਰ, ਉੱਥੇ ਦਾ ਪ੍ਰਬੰਧ ਠੀਕ ਨਹੀਂ ਸੀ, ਬੋਲ ਬਾਣੀ ਠੀਕ ਨਹੀਂ ਸੀ। ਇਹ ਤਾਂ ਸਾਡੇ ਨਾਲ ਹੋ ਰਿਹਾ ਕਿ ਗੁਰਦੁਆਰਿਆਂ ਵਾਲਿਆਂ ਦੀ ਬੋਲ ਬਾਣੀ ਠੀਕ ਨਹੀਂ, ਗੁਰਮਤਿ ਦਾ ਗਿਆਨ ਕੋਈ ਨਹੀਂ, ਅਤੇ ਡੇਰੇ ਵਾਲੇ ਮਿੱਠੇ ਬੋਲਦੇ ਆਓ ਜੀ ਗੁਰਮੁਖੋ ਕੀ ਹਾਲ ਹੈ ਤੁਹਾਡੇ। ਸਾਡੇ ਵੱਲੋਂ ਤੂੰ ਕੌਣ ਹੁੰਦਾ ਇੱਥੇ? ਤੂੰ ਆਪਣੀ ਮਨਮਰਜ਼ੀ ਕਿਵੇਂ ਕਰ ਸਕਦਾ? ਅਸੀਂ ਇੱਥੇ ਬੈਠੇ ਹਾਂ, ਸਾਡੀ ਬੋਲ ਬਾਣੀ ਕੁਛ ਹੋਰ ਹੈ, ਅਸੀਂ ਅਕੜੇ ਫਿਰਦੇ ਇੱਥੇ ਗੁਰਦੁਆਰਿਆਂ ਵਾਲੇ। ਕਦੀ ਵੀ ਕੋਈ ਚੀਜ਼ ਨਾ, ਹੁਣ ਪੰਜਾਬ ਦੇ ਵਿੱਚ ਇੱਕ ਚੱਲ ਰਿਹਾ ਵੀ ਆਲਣੇ ਪਾਓ, ਪੰਛੀਆਂ ਵਾਸਤੇ ਆਲਣੇ ਪਾਓ। ਉਹ ਪੰਛੀਆਂ ਨੂੰ ਆਲਣੇ ਪਾ ਕੇ ਦੇਣ ਦੀ ਲੋੜ ਨਹੀਂ, ਤੁਸੀਂ ਰੁੱਖ ਲਾ ਦਿਓ, ਆਪਣੇ ਆਪ ਆਲਣੇ ਪੰਛੀਆਂ ਨੇ ਪਾ ਲੈਣੇ। ਅਸੀਂ ਰੁੱਖ ਹੀ ਨਹੀਂ ਲਾ ਰਹੇ, ਆਲਣੇ ਪਾ ਕੇ ਦੇਣੇ ਸੀ। ਅਸੀਂ ਜੋ ਰੁੱਖ ਨਹੀਂ ਲਾਣੇ ਜਿਨ੍ਹਾਂ ਤੋਂ ਆਲਣੇ ਪਾਉਣ ਵਾਸਤੇ ਥਾਂ ਮਿਲੇ ਪੰਛੀਆਂ ਨੂੰ, ਅਸੀਂ ਕਹਿੰਦੇ ਆਲਣੇ ਪਾ ਕੇ ਦੇ ਦਈਏ ਕਿਤੇ ਵੱਖਰੀ ਥਾਂ 'ਤੇ। ਨਹੀਂ, ਜਿੱਥੇ ਆਲਣਾ ਪੈਣਾ ਉਹ ਰੁੱਖ ਤਿਆਰ ਕਰਨਾ ਚਾਹੀਦਾ। ਅੱਜ ਸਾਡੇ ਗੁਰਦੁਆਰਿਆਂ ਵਿੱਚ ਕੇਵਲ ਅਤੇ ਕੇਵਲ ਕਹਾਣੀਆਂ ਚੱਲਦੀਆਂ, ਮਨਮਤ ਦੀ ਗੱਲਾਂ ਚੱਲਦੀਆਂ ਗੁਰਦੁਆਰਿਆਂ ਵਿੱਚ। ਅੱਜ ਹੀ ਮੈਂ ਇੱਕ ਗੁਰਮੁਖ ਸੱਜਣ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਦੇਖੋ ਅੱਜ ਪੰਜਾਬ ਦੇ ਹਾਲਾਤ ਕੀ ਹੋ ਗਏ ਕਿ ਗੁਰਦੁਆਰੇ ਘੱਟ, ਡੇਰੇ ਵੱਧ, ਪ੍ਰਾਈਵੇਟ ਸਕੂਲ ਵੱਧ, ਸਰਕਾਰੀ ਸਕੂਲ ਘੱਟ। ਔਰ ਇਸ ਦਾ ਵੱਡਾ ਜਿਹੜਾ ਘਾਟਾ ਹੈ ਕੌਮ ਨੂੰ, ਇਸ ਕਰਕੇ ਕਿਉਂਕਿ ਕੌਮ ਨੇ ਸਮਾਂ ਸਿਰ ਇਹਨਾਂ ਚੀਜ਼ਾਂ ਨੂੰ ਸੋਧਿਆ ਨਹੀਂ, ਆਪਣੇ ਪ੍ਰਚਾਰਕਾਂ ਦੀ ਸੰਭਾਲ ਨਹੀਂ ਕੀਤੀ। ਬਹੁਤੇ ਪ੍ਰਚਾਰਕ ਤਾਂ ਦੂਜੀ ਲਾਈਨ 'ਚ ਚਲੇ ਗਏ। ਇੱਕ ਬੜਾ ਬੀਬਾ ਸੱਜਣ ਸੀ, ਬਹੁਤ ਸੋਹਣੀ ਵਿਚਾਰ ਕਰਦਾ ਸੀ। ਮੈਂ 4-5 ਸਾਲ ਪਹਿਲਾਂ ਉੱਥੇ ਕਿਤੇ ਰੋਪੜ ਕਥਾ ਕਰਨ ਗਿਆ ਸੀ, ਉੱਥੇ ਮਿਲਿਆ ਮੈਨੂੰ ਬਹੁਤ ਬੀਬਾ ਸੱਜਣ, ਬੜੀ ਪਿਆਰੀ ਵਿਚਾਰ। ਅਤੇ ਮੈਂ ਹੁਣ ਗਿਆ ਪਿੱਛੇ ਅਤੇ ਮੈਨੂੰ ਮਿਲਿਆ, ਕਹਿੰਦੇ ਮੈਂ ਤਾਂ ਜੀ ਕੀ ਕੰਮ ਕਰਦਾ? ਤੂੰ ਤਾਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦਾ ਸੀ। ਕਹਿੰਦੇ ਜੀ ਉਹ ਛੱਡ ਦਿੱਤਾ, ਮੈਂ ਤਾਂ ਇੰਜੀਨੀਅਰ ਬਣ ਗਿਆ। ਸਿੱਖੀ ਦਾ ਪ੍ਰਚਾਰਕ ਹੋਵੇ, ਉਹ ਛੱਡ ਕੇ ਬਾਅਦ 'ਚ ਐਕਸਟਰਾ ਪੜ੍ਹਾਈ ਕੀਤੀ ਉਹਨੇ। ਮੈਂ ਕਿਹਾ ਕਿਉਂ ਕੀਤੀ ਐਕਸਟਰਾ ਪੜ੍ਹਾਈ? ਹੁਣ ਕਹਿੰਦੇ ਬੜੀ ਬੇਇੱਜ਼ਤੀ ਹੁੰਦੀ ਹੈ ਜੀ, ਜਿਹੜਾ ਆਉਂਦਾ ਆ ਕੇ ਚੜ੍ਹ ਜਾਂਦਾ ਗ੍ਰੰਥੀ ਸਿੰਘ ਨੂੰ। ਕਹਿੰਦੇ
ਗ੍ਰੰਥੀ ਸਿੰਘ ਦਾ ਵੀ ਪਰਿਵਾਰ ਹੈ, ਉਸਦੀ ਵੀ ਕੋਈ ਇੱਜ਼ਤ ਹੁੰਦੀ ਹੈ। ਕਹਿੰਦੇ ਕੌਮ ਇਸ ਗੱਲ ਦੀ ਵਿਚਾਰ ਹੀ ਨਹੀਂ ਕਰਦੀ। ਤਨਖਾਹਾਂ ਕਹਿੰਦੇ 6-7 ਹਜ਼ਾਰ ਰੁਪਏ ਤੋਂ ਉੱਪਰ ਨਹੀਂ। ਫਿਰ ਗੁਰਦੁਆਰੇ ਵਾਲੇ ਕਹਿੰਦੇ ਅਸੀਂ ਬਿਜਲੀ ਦਿੰਦੇ, ਅਸੀਂ ਪਾਣੀ ਦਿੰਦੇ, ਅਸੀਂ ਪੱਖਾ ਦਿੰਦੇ, ਅਸੀਂ ਇਹ ਦਿੰਦੇ, ਅਸੀਂ ਉਹ ਦਿੰਦੇ, ਬੜਾ ਕੁਛ ਸੁਣਾਉਂਦੇ ਫਿਰ ਗੁਰਦੁਆਰੇ ਵਾਲੇ। ਅਸੀਂ ਰਾਸ਼ਨ ਪਾਣੀ ਦਿੰਦੇ ਜੀ। ਉਹ ਕਹਿੰਦੇ ਯਾਰ ਇਸ ਜ਼ਿੰਦਗੀ ਤੋਂ ਤਾਂ ਆਪਣਾ ਕੰਮ ਠੀਕ ਹੈ। ਕਹਿੰਦੇ ਸਵੇਰੇ ਜਾਈਦਾ ਟੋਰ ਨਾਲ 10 ਵਜੇ, ਸ਼ਾਮ ਨੂੰ 5 ਵਜੇ ਘਰ ਆ ਜਾਈਦਾ, ਕਿਸੇ ਦਾ ਲੈਣਾ ਨਹੀਂ ਦੇਣਾ। ਸਵੇਰੇ ਆਪਣਾ ਪਾਠ ਕਰਕੇ ਜਾਈਦਾ, ਸ਼ਾਮੀ ਆ ਕੇ ਘਰ ਫਿਰ ਪਾਠ ਕਰ ਲਈਦਾ। ਲੈਣਾ ਕੀ ਕਹਿੰਦੇ ਸਿਸਟਮ ਤੋਂ। ਅਸਲ ਦੇ ਵਿੱਚ ਇਸ ਵਿਚਾਰਧਾਰਾ ਨੂੰ ਕੌਣ ਸਮਝਾਏਗਾ? ਗੁਰਮਤਿ ਦੀ ਵਿਚਾਰਧਾਰਾ ਹੁੰਦੀ ਗੁਰਦੁਆਰਿਆਂ ਵਿੱਚ, ਗੁਰਮਤਿ ਦੇ ਗਿਆਨ ਦੀ ਗੱਲ ਹੁੰਦੀ, ਸੰਗਤ ਆ ਕੇ ਸੁਣਦੀ। ਸੰਗਤ ਨੂੰ ਕੋਈ ਤਾਂ ਬੰਦਾ ਜੀਵਨ ਸਵਾਲ ਲੈਂਦਾ ਔਰ ਸੰਗਤ ਦੇ ਮੁਤਾਬਿਕ ਸੰਗਤ ਜੋ ਚਾਹੁੰਦੀ ਹੈ, ਗੁਰਮਤਿ ਦੀ ਵਿਚਾਰ ਚਾਹੁੰਦੀ ਹੈ ਸੰਗਤ। ਗੁਰਮਤਿ ਦੀ ਫਿਲਾਸਫੀ ਕੀ ਹੈ, ਗੁਰਮਤਿ ਦਾ ਤੱਤ ਕੀ ਹੈ, ਸੰਗਤ ਇਹ ਚਾਹੁੰਦੀ ਹੈ। ਪਰ ਜੇ ਗੁਰਦੁਆਰਿਆਂ ਵਿੱਚ ਉਹ ਮਿਲੇ ਹੀ ਨਾ, ਕੇਵਲ ਗੁਰਦੁਆਰਿਆਂ ਵਿੱਚ ਉਹ ਕਥਾ ਕਹਾਣੀਆਂ 'ਚ ਪਾ ਕੇ ਲੋਕਾਂ ਨੂੰ ਭਰਮਾਂ ਵਿੱਚ ਪਾ ਦਿੱਤਾ ਜਾਏ। ਮੈਂ ਇੱਕ ਬੇਨਤੀ ਕਰਾਂ, ਪੜ੍ਹਾ ਲਿਖਾ ਸਮਾਜ ਤੱਤ ਗੁਰਮਤਿ ਚਾਹੁੰਦਾ ਹੈ, ਗੁਰਬਾਣੀ ਦੀ ਅਸਲੀਅਤ ਸਮਝਣਾ ਚਾਹੁੰਦਾ ਹੈ। ਭੁੱਖ ਹੈ ਬੰਦੇ ਦੇ ਅੰਦਰ ਵੀ ਗੁਰਮਤਿ ਦਾ ਤੱਤ ਕੀ ਹੈ। ਭਗਤ ਨਾਮਦੇਵ ਜੀ ਉਸ ਤੱਤ ਨੂੰ ਪ੍ਰਗਟ ਕਰ ਰਹੇ ਨੇ। ਕਹਿਣ ਲੱਗੇ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਕਹਿੰਦੇ ਸੰਸਾਰ ਦੇ ਜੀਵਾਂ ਨੇ ਕਹਿੰਦੇ ਇਸ ਪਰਪੰਚ ਨੂੰ ਵੇਖ ਕੇ ਨਾ ਗਲਤ ਖਿਆਲ ਬਣ ਗਿਆ ਬੰਦੇ ਦਾ। ਇਹ ਖਿਆਲ ਬਣ ਗਿਆ ਕਿ ਇਹ ਜਿਹੜਾ ਸਾਡਾ ਸਾਥ ਪੱਕਾ ਨਿਕਲਣ ਵਾਲਾ, ਜੋ ਸਾਡੇ ਨਾਲ ਬਣੀਆਂ ਹੋਈਆਂ ਚੀਜ਼ਾਂ, ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਵੀ ਇਹ ਸਭ ਸਾਡੀ ਸਾਥੀ ਨੇ, ਸਾਡਾ ਘਰ ਪਰਿਵਾਰ ਧਨ ਦੌਲਤ ਪਦਾਰਥ। ਕਹਿੰਦੇ ਇਹ ਬੰਦੇ ਨੇ ਸਮਝ ਲਿਆ ਵੀ ਸਾਡਾ ਪੱਕਾ ਸਾਥੀ ਨੇ। ਸਤ ਪਦਾਰਥ ਜਾਣੇ, ਪਦਾਰਥਾਂ ਨੂੰ ਸਤ ਸਮਝ ਲਿਆ। ਇਹਨਾਂ ਪਦਾਰਥਾਂ ਨੂੰ ਆਪਣਾ ਸਾਥੀ ਸਮਝ ਲਿਆ ਵੀ ਇਹੀ ਸਭ ਕੁਝ ਨੇ। ਬਹੁਤੇ ਤਾਂ ਕਹਿੰਦੇ ਇਹ ਨੇ ਵੀ ਮਾਇਆ ਸਭ ਕੁਝ ਹੈ। ਮਾਇਆ ਗੁਜ਼ਰਾਨ ਚਾਹੀਦੀ ਹੈ, ਪਰ ਮਾਇਆ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੁੰਦਾ। ਜੇ ਗੁਜ਼ਰਾਨ ਹੈ ਤਾਂ ਗੁਜ਼ਰਾਨ ਚਾਹੀਦਾ। ਇੱਕ ਬੰਦਾ ਕਹਿੰਦਾ ਵੀ ਧਾਰਮਿਕ ਲੋਕਾਂ ਨੂੰ ਮਾਇਆ ਦੀ ਕੀ ਲੋੜ ਹੈ। ਕਿਉਂਕਿ ਉਹਨਾਂ ਦੇ ਪਰਿਵਾਰ ਨਹੀਂ ਹੁੰਦੇ, ਉਹਨਾਂ ਦੇ ਬੱਚੇ ਨਹੀਂ ਹਨ। ਮਾਇਆ ਤੋਂ ਬਿਨਾਂ ਬੱਚੇ ਕਿਤੇ ਮੱਕੀ ਗੱਲ ਸੁਣ, ਤੂੰ ਕਿਤੇ ਇਹ ਰਿਕਸ਼ੇ 'ਤੇ ਬੈਠ ਕੇ ਆ ਅਤੇ ਉਹਨੂੰ ਕਹਿ ਦੇ ਵੀ ਮੇਰੇ ਕੋਲ ਮਾਇਆ ਨਹੀਂ ਹੈ। ਇੱਕ ਮੈਂ ਪ੍ਰਚਾਰਕ ਦੀ ਘਟਨਾ ਸੁਣ ਰਿਹਾ ਸੀ, ਬੜੀ ਪੁਰਾਣੀ। ਪਟਨਾ ਸਾਹਿਬ ਕਿਤੇ ਉਹ ਤਖਤ 'ਤੇ ਗਿਆ ਬੰਦਾ ਅਤੇ ਉਹਨਾਂ ਨੇ ਨਾ ਮਾਇਆ ਨਾ ਦਿੱਤੀ ਉਹਨੂੰ। ਸਿਰਫ ਉਹ ਪੁਰਾਣਾ ਜ਼ਮਾਨਾ ਸੀ, 10 ਰੁਪਏ ਦਾ ਲਿਫਾਫਾ ਦੇ ਦਿੱਤਾ ਅਤੇ ਉਹ ਰਿਕਸ਼ੇ ਵਿੱਚ ਬੈਠ ਕੇ ਆ ਰਹੇ ਸਨ। ਉਹ 10 ਰੁਪਏ ਰਿਕਸ਼ੇ ਵਾਲੇ ਨੇ ਲੈਣੇ ਸੀ ਅਤੇ ਉਹਨੇ ਉਹ ਲਿਫਾਫਾ ਫੜਾ ਦਿੱਤਾ। ਕਹਿੰਦੇ ਇਹ ਫੜ ਵੀ ਲਿਫਾਫਾ। ਉਹ ਕੁਦਰਤੀ ਕਿਸੇ ਲਿਫਾਫੇ ਦੋਸੀ ਜੇਬ 'ਚ ਖਾਲੀ ਹੱਥ ਲੱਗਿਆ ਅਤੇ ਉਹ ਰਿਕਸ਼ੇ ਵਾਲਾ ਕਹਿੰਦੇ ਵਿੱਚ ਤਾਂ ਕੁਛ ਹੈ ਨਹੀਂ। ਕਹਿੰਦੇ ਜੀ ਉਹ ਤਾਂ ਕਮੇਟੀ ਵਾਲਿਆਂ ਨੇ ਦਿੱਤਾ। ਕਹਿੰਦੇ ਇੱਕ ਕੰਮ ਕਰ ਵੀ ਜਿੱਥੋਂ ਲਿਫਾਫਾ ਮਿਲਿਆ ਉੱਥੇ ਹੀ ਚੱਲਦੇ ਹਾਂ। ਜਿਨ੍ਹਾਂ ਨੇ ਕਿਹਾ ਸੀ ਨਾ ਵੀ ਤੁਹਾਨੂੰ ਕੀ ਲੋੜ ਹੈ ਮਾਇਆ ਦੀ, ਉਹ ਕਹਿੰਦੇ ਜੀ ਗੱਲ ਇੱਦਾਂ, ਤੁਸੀਂ ਕਹਿੰਦੇ ਸੀ ਵੀ ਮਾਇਆ ਦੀ ਲੋੜ ਨਹੀਂ, ਸੱਤ ਹੈ, ਪਰ ਇਹ ਤਾਂ ਜੋ ਮੰਨਿਆ ਹੀ ਨਹੀਂ। ਮੈਂ ਕਿਹਾ ਤੈਨੂੰ ਮਾਇਆ ਦੀ ਕੀ ਲੋੜ ਹੈ, ਤੂੰ ਮੈਨੂੰ ਇੰਝ ਹੀ ਛੱਡ ਦੇ ਸਟੇਸ਼ਨ 'ਤੇ, ਮਾਇਆ ਦੀ ਲੋੜ ਕੀ ਹੈ। ਕਹਿੰਦੇ ਜੀ ਇਹ ਮਨਾ ਕਰਦਾ ਵੀ ਮੈਂ ਪੈਸੇ ਤੋਂ ਬਗੈਰ ਨਹੀਂ ਛੱਡ ਸਕਦਾ ਤੈਨੂੰ। ਇੱਕ ਗੱਲ ਜੀਵਨ 'ਚ ਯਾਦ ਰੱਖਣਾ, ਬੇੜੀ ਜਲ ਤੋਂ ਬਿਨਾਂ ਨਹੀਂ ਚੱਲਦੀ। ਪਰ ਗੁਰਬਾਣੀ ਕਹਿੰਦੀ ਜਦੋਂ ਬੇੜੀਆਂ ਡੁੱਬਦੀਆਂ ਜਲ 'ਚ ਡੁੱਬਦੀਆਂ। ਇਤਨਾ ਗੱਲ ਖਿਆਲ ਰੱਖਣਾ ਚਾਹੀਦਾ ਕਿ ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ, ਪਰ ਜਦੋਂ ਜ਼ਿੰਦਗੀ ਡੁੱਬਦੀ ਹੈ ਨਾ ਉਹ ਮਾਇਆ ਵਿੱਚ ਡੁੱਬਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਤੂੰ ਇਹਨਾਂ ਪਦਾਰਥਾਂ ਨੂੰ ਸਤ ਨਾ ਸਮਝੀ, ਇਹ ਸਦੀਵ ਕਾਲੀ ਨਹੀਂ ਹਨ। ਅਸੀਂ ਕਈ ਵਾਰੀ ਨਾ ਪਦਾਰਥਾਂ ਨੂੰ ਸਤ ਸਮਝ ਲੈਂਦੇ ਹਾਂ ਵੀ ਸ਼ਾਇਦ ਇਹੀ ਸਦੀਵ ਸਾਥੀ ਦੇ ਨੇ ਸਾਡੇ, ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਸਾਥ ਦੇਣ ਵਾਲੀ ਨਹੀਂ। ਕਹਿੰਦੇ ਇਹ ਤੇਰਾ ਕਹਿੰਦੇ ਮਨੋਰਥ ਜਿਹੜਾ ਇਹ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ ਆਉਂਦਾ ਹੈ ਨਾ, ਸੁਪਨੇ ਵਿੱਚ ਤੂੰ ਪਦਾਰਥ ਵੇਖਦਾ, ਜਾਗ ਆਉਂਦੀ ਹੈ ਅਤੇ ਉਹ ਪਦਾਰਥ ਤੇਰੇ ਕੋਲ ਹੀ ਨਹੀਂ ਹੁੰਦੇ। ਇਹ ਸੰਸਾਰ ਕਹਿੰਦੇ ਇੱਦਾਂ ਦਾ ਹੈ, ਪਰ ਤੂੰ ਇਹਨਾਂ ਪਦਾਰਥਾਂ ਨੂੰ ਸਤ ਸਮਝੀ ਬੈਠਾ ਹੈ। ਇਹ ਭੁਲੇਖਾ ਛੱਡ ਦੇ। ਫਿਰ ਕਹਿਣ ਲੱਗੇ ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਸੁਕ੍ਰਿਤ ਦਾ ਅਰਥ ਹੁੰਦਾ ਹੈ ਚੰਗਾ, ਨੇਕੀ। ਮਨਸਾ ਦਾ ਅਰਥ ਹੈ ਸਮਝ। ਕਹਿੰਦੇ ਗੁਰੂ ਨੇ ਉਪਦੇਸ਼ ਦੇ ਕੇ ਕਹਿੰਦੇ ਮੈਨੂੰ ਚੰਗੀ ਸਮਝ ਦੇ ਦਿੱਤੀ, ਨੇਕ ਸਮਝ ਦੇ ਦਿੱਤੀ ਅਤੇ ਜਾਗਤ ਹੀ ਮਨ ਮਾਨਿਆ। ਕਹਿੰਦੇ ਇਹ ਜਿਹੜਾ ਮਨ ਸੀ ਨਾ
जाग के मन गया है। पाओ कि हुण पतीज गया, हुण तसल्ली हो गई। गुरु ने जदों नेक मत दे दी, एक गल याद रखियो, गुरु कोल आवांगे, गुरु सानू नेक मत देगा। सानू भावें उस वेले बुरी लगे, माड़ी लगे, पर सच यह है गुरु ने नेक मत देनी जिते साडे परिवारां दा साडा जीवन सवरना है। गुरु ने कभी भी साडे नाल झूठ नहीं बोलना। प्रॉब्लम बस इतनी है कि गुरु चोर नूं चोर कहंदा, साध नूं साध कहंदा। पर जदों मैं चोर हुंदा ना, मैनूं बड़ी बुरी लगदी गल भी गुरु साहब ने ये गल किवें कह दित्ती। गुरु महाराज ने चोर नूं चोर ही कहना, चोर की हामा भरै ना कोई, चोर किया चंगा क्यों होए। गुरबाणी ने सत कहना। गुरु ने नेक मत देनी है, सिख नूं सही समझ देनी है। तो जिहड़ी मत सिख लै लैंदा है तो भगत जी कहंदे ने, फिर कहंदे वो जाग जांदा है। तो जदों वो जाग जांदा है, पाओ कि जागना किवें है कि इन्हां पदार्थां ने साडा साथ अंत तक नहीं देना। पाओ कि ये पदार्थ साडे साथी नहीं हैं। ये नेक मत गुरु साहब ने देनी है, जिस दिन ये मत बंदे नूं आ गई भी जिन्हां पदार्थां नूं मैं अपना समझी बैठा है, ये मेरे सरीब साथी नहीं हैं। वैसे वेखो ना, बंदे नूं शुगर वज जाए खंड छड्डनी पैंदी है, BP वज जाए तो नून छड्डना पैंदा है। कित्थे साथी ने बंदे दे? इदां ही है ना जी। जिन्हों अपना अपना करके असीं भोगी जाते, जदों शुगर वज जाती बंदा खंड नूं भी देखना नहीं चाहुंदा, कहंदा चाह फिक्की है कि मिठी है। गुरु साहब बाणी च कहंदे भी देख किते विचार करके, जदों गुरु ने उपदेश दिता, ये गल मन विच बसा दित्ती। जदों बंदा जाग गया, जागना की है, ये समझ लैनी कि ये पदार्थ सुपने दी न्याई हैं, साडा साथ देण वाले नहीं ते प्यार वाले। उस वेले की हुंदा है, फिर ये मन जिहड़ा है ना, ये जागृत हो जाता है, सुचेत हो जाता है। ये मन गुरु दी विचार सदका पतीत जाता है। इनू तसल्ली हो जाती है कि जिन्हां नूं मैं अपना समझी बैठा सी, गुरु ने गल समझा दी, ये तेरे अपने नहीं हैं। फिर कहन लगे कबीर साहब जी, कहंदे कहत नाम देव हर की रचना। भगत नामदेव जी आखदे ने, कहंदे हन, कहंदे हर की रचना, ये जिहड़ा संसार है ना, ये परमात्मा की रचना है, परमात्मा की रची हुई खेड है। पर किमें पता लगे ये खेड है? कहन लगे देखो हृदय विचारी, अपने हृदय विच विचार करके वेखो है जी, अपने हृदय के अंदर विचार करो। मैं हमेशा कहना है, विचार जदों करो ना, अपने हृदय विच बैठ के करो। कभी समा कढ़िया करो अपने वास्ते, 10 मिनट बैठ के सिर्फ ये विचार करो भी कुदरत की जिहड़ी कादर है, कादर की जिहड़ी कुदरत है, इस कुदरत नूं चलाउण वाला कादर किवें संसार नूं चला रहा, किस वास्ते संसार बनाया है, इस संसार में सानूं क्यों लैके आया। कभी अपने आप दे नाल गल्लां करया करो, हिरदे विच विचार करया करो। जिथे कि असीं एक दूजे की निंदा चुगली करते हाँ, एक दूजे का माड़ा चंगा करते हैं, उत्थे 10 मिनट अपने वास्ते कढ़ के ना अपने अंदर टिक के बैठा करो। अपने आप दे हिरदे विच विचार करया करो भी मेरे जिहड़ा जीवन है उस रब ने मैनूं क्यों दिता है। ये विचार करया करो भी कित्थों उपजै, कहाँ रह, कहाँ माए समावै, जी जन सब खसम के कौन कीमत पावै। ये विचार करनी चाहिए सानूं भी कीमत किस दी पैनी उत्थे। भगत जी कहंदे ये विचार करके वेखो, ये जिहड़ा संसार है ना, ये हरि परमात्मा की रचना एक खेड है, जो खेड रची हुई है परमात्मा ने। फिर कहने लगे घट घट अंतर सरब निरंतर केवल एक मुरारी। कहंदे हर एक दे घट दे विच एक रस व्यापक, निरंतर का अर्थ है एक रस वो अकाल पुरख वाहिगुरु व्यापक है, हर एक दे घट दे अंदर है। तो निरंतर का अर्थ है एक रस सारियां च व्यापक है, घाट बाद नहीं परमात्मा हुंदा। वो तो चीटी ते कुंचर अस्थूला सब पर कृपा दृष्ट कर फूला। कीड़ी तो लैके हाथी तक सारियां दे विच इक्को जिहा वरत रहा, निरंतर एक रस नाले वो एक रस ही रहिंदा है। उसकी जोत घटदी वधदी नहीं है, उसकी सत्ता घटदी वधदी नहीं है। कहंदे केवल एक मुरारी। तो भगत जी कहंदे केवल एक परमात्मा। मुरारी का अर्थ है मुर नामक दैत नूं मारन वाला वो अकाल पुरख वाहिगुरू केवल एक है। एक तो बिना होर अनेक नहीं हैं, बेअंत नहीं हैं।
ਇਹ ਸਾਰਾ ਪਸਾਰਾ ਇੱਕ ਦਾ ਹੈ ਔਰ ਉਹ ਇੱਕ ਪਰਮਾਤਮਾ ਹਰ ਥਾਂ 'ਤੇ ਵਿਆਪਕ। ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਔਰ ਇਹ ਵੀ ਗੱਲ ਸਮਝਾ ਦਿੱਤੀ ਵੀ ਅਸੀਂ ਇੱਕ ਰੱਬ ਨੂੰ ਹਰ ਥਾਂ 'ਤੇ ਵਿਆਪਕ ਕਿਉਂ ਨਹੀਂ ਸਮਝਦੇ, ਕਿਉਂਕਿ ਸਾਡੀ ਅੱਖਾਂ 'ਤੇ ਮਾਇਆ ਦੇ ਪਰਦੇ ਪਏ ਹੋਏ ਨੇ ਅਤੇ ਮਾਇਆ ਨੇ ਸਾਨੂੰ ਆਪਣੇ ਮੋਹ ਵਿੱਚ ਮੋਹਿਆ ਹੋਇਆ ਹੈ ਅਤੇ ਇਸ ਕਰਕੇ ਉਹ ਰੱਬ ਦਿਖਾਈ ਨਹੀਂ ਦਿੰਦਾ। ਇਸ ਮਾਇਆ ਨੇ ਸਾਡੇ ਉੱਤੇ ਆਪਣਾ ਪ੍ਰਭਾਵ ਪਾਇਆ। ਮਾਇਆ ਮਮਤਾ ਮੋਹਣੀ ਜਿਨ ਬਿਨ ਤੰਤਾ ਜਗ ਖਾਇਆ, या माया हुई मोहनी जगत रही लपटाए, इसकी सेवा जो करे तिसी को फिर खाए। इस करके अज दे शब्द विच भगत जी कहते हैं कि इस माया के प्रभाव नूं समझण दा यतन करो, अपने हिरदे विच विचार करो। जिन्हां पदार्थां नूं तुसीं सत समझी बैठे हो ये सारे नासवंत हैं, विनसनहार हैं। एक परमात्मा ही है जिहड़ा सर्व व्यापक हर थां ते मौजूद है ते उही साडे जीवन का साथ देण वाला है। इस करके इस माया के ਵੱਖ-ਵੱਖ रूप बेअंत रंगां की जिहड़ी माया है, समा सिर जदों दास ने बेनती की भी ये अपने रूप बदलती रहती है, रज गुण तम गुण सतगुण, ये तीन रूपों के विच अपना रूप चेंज करती रहती है। जदों बंदा सतोगुणी हो जाता है, धार्मिक हो जाता है तो धार्मिक तौर तो अपना रूप ले लैंदी है। पर उस तो अगली जिहड़ी स्टेज है उन्होंने कहते सहज अवस्था, चौथा परद। उस अवस्था में जो कोई पहुँच जाता है उस वेले ये तीन चीज़ां रजगुण तमगुण सतगुण का प्रभाव खत्म हो जाता है। तो गुरबाणी सानू चौथे पद में लै जाना चाहती है, सहज अवस्था में लै जाना चाहती है। और सहज अवस्था उन्ना चिर आनी नहीं जिन्ना चिर अपने हिरदे विच इस गल दी विचार नहीं करांगे। असी अपने हिरदे विच विचार नहीं करते, अपने आप दे विच बैठ के अपने नाल गल्लां नहीं करते। मैं अज बेनती करांगा कि कुछ समा कढ़िया करो, 5 मिनट 2 मिनट 1 मिनट 10 मिनट जितना भी कढ़ सकते हो, कल्ले बह जाओ, अपने नाल विचार करया करो। जिथे कि सत्संग विच आउंदे हो ना, जे हो सकदा घर च एकाग्रता ना बनती होवे ते कई नूं मैं बेनती करदा दिन दे विच गुरुद्वारा खाली हुंदा, आके कुछ समा बैठा करो, अपने आप दे विच कल्ले बैठ के अपने आप नूं समझो कि असीं की हां, गुरबाणी सानूं की उपदेश दे रही है, किदां दा मनुख सानूं गुरबाणी बनाना चाहुंदी है, असीं किदां दे मनुख बने हुए हैं। जदों कल्ले बैठांगे, एकांत बैठांगे, एकाग्र होवांगे, अपने हिरदे विच ही विचार करांगे, उस वेले सानूं ज्ञान होएगा भी असीं तां अपना जीवन हुण तक दा जो जीवन बतीत कीता वो अजाई बतीत कर लिया। असीं जीवन च खटिया कुछ नहीं, गवाई चुके हैं। इस करके जो रहिंदा जीवन है उसनूं सफला कर लईए। मैनूं कोई गुरमुख सज्जन पुछ रहे सन भी रहिंदी जिंदगी किवें सफली होवे, रहिंदी जिंदगी किवें सफली होवे, पता नहीं थोड़े जे सुआस रह गए। कहंदे इस परपंच विचों किवें निकलीए। परपंच विचों निकलण दा इक्को ही तरीका है प्यारिओ कि जिन्ना चिर इहनूं नासवंत नहीं समझांगे, इहनूं झूठ नहीं समझांगे, ये लगाओ जिहड़ा बनिया होया साडा, जिहड़ा प्यार बनिया होया, ये प्यार टुटण वाला नहीं। जदों सानूं ये गल समझ आ गई नासवंत है, आले दुआले देखो, इस गल नूं विचार करो। हर रोज़ असीं बाणी इस करके पढ़ते हैं कि बाणी सानूं कहंदी है घर घर इहो पहुँचा, सदड़े नित पवन सदन हारा सिमरिए, नानक से दे आवन। उस दिन का इंतजार कर जिहड़ा दिन पदार्थां नूं वखरा कर दिंदा, तैनूं वखरा कर दिंदा। ते जे वो आले दुआले सदे आ रहे हैं ना, घरां दे विच सदा पहुँच रहा है, एक जिहड़ा सुनेहा पहुँच रहा है, ये चिट्ठी आ रही है अकाल पुरख दे घरों, जिनकी चीरी दरगाह पाटी इतना मरना पाई, तो उस दिन तू अपने आप सुचेत हो जाएगा भी मर जाना है, तो चंगा होवे मर जाना है, तो जो गुरु ने कहा वो करके मरा तो फिर जीवन सफला है। इतने वचन प्रवान। सारिਆਂ ਦਾ ਧੰਨਵਾਦ जी। आयां ਨੂੰ फतेह ਦੀ ਸਾਂਝ करो प्यार नाल आखो जी वाहिगुरू जी का खालसा वाहिगुरू जी की फतेह।